ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਮੋਹਨ ਸਭ ਜੀ ਤੇਰੇ ਤੂੰ ਤਾਰਹਿ, ਛੁਟਹਿ ਸੰਘਾਰ ਨਿਮਖ ਕਿਰਪਾ ਤੇ, ਕੋਟ ਬ੍ਰਹਮੰਡ ਉਧਾਰਹਿ। ਮੋਹਨ ਸਭ ਜੀ ਤੇਰੇ ਤੂੰ ਤਾਰਹਿ, ਛੁਟਹਿ ਸੰਘਾਰ ਨਿਮਖ ਕਿਰਪਾ ਤੇ, ਕੋਟ ਬ੍ਰਹਮੰਡ ਉਧਾਰਹਿ। ਰਹਾਉ ਕਰਹਿ ਅਰਦਾਸ ਬਹੁਤ ਬੇਨਤੀ, ਨਿਮਖ ਨਿਮਖ ਸਮਾਰਹਿ। ਹੋ ਕਿਰਪਾਲ ਦੀਨ ਦੁਖ ਭੰਜਨ, ਹਾਥ ਦੇ ਨਿਸਤਾਰਹਿ। ਕਰਹਿ ਅਰਦਾਸ ਬਹੁਤ ਬੇਨਤੀ, ਨਿਮਖ ਨਿਮਖ ਸਮਾਰਹਿ। ਹੋ ਕਿਰਪਾਲ ਦੀਨ ਦੁਖ ਭੰਜਨ, ਹਾਥ ਦੇ ਨਿਸਤਾਰਹਿ। ਕਿਆ ਏ ਭੂਪਤ ਬਪਰੇ ਕਹੀਐ, ਕਹੋ ਏ ਕਿਸਨੋ ਮਾਰਹਿ। ਰਾਖ 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 ਸੁਖ ਦਾਤੇ, ਸਭ ਨਾਨਕ ਜਗਤ ਤੁਮਾਰਹਿ। ਕਿਆ ਏ ਭੂਪਤ ਬਪਰੇ ਕਹੀਐ, ਕਹੋ ਏ ਕਿਸਨੋ ਮਾਰਹਿ। ਰਾਖ 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 ਸੁਖ ਦਾਤੇ, ਸਭ ਨਾਨਕ ਜਗਤ ਤੁਮਾਰਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਬਾਣੀ ਦੇ ਬੋਹਿਥ ਅਤੇ ਬ੍ਰਹਮ ਗਿਆਨ ਦੇ ਸਾਗਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਣ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਪਰਮ ਪਿਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਲਾਹੀ ਬਾਣੀ ਦਾ ਕੀਰਤਨ ਆਪ ਜੀ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕਰ ਰਹੇ ਸੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸੁਣਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਅਮੋਲ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਮੁਖ ਵਾਕ ਦੇ ਰਾਹੀਂ ਉਸ ਪਰਮ ਪਿਤਾ ਵਾਹਿਗੁਰੂ ਜੀ ਦੀ ਬੇਅੰਤ ਸਮਰੱਥਾ ਦਾ ਜ਼ਿਕਰ ਕੀਤਾ। ਇਸ ਜਗਤ ਨੂੰ ਪੈਦਾ ਕਰਨ ਵਾਲਾ, ਜਗਤ ਨੂੰ ਚਲਾਉਣ ਵਾਲਾ ਅਤੇ ਜਗਤ ਨੂੰ ਲੈਅ ਕਰਨ ਵਾਲਾ ਕੇਵਲ ਇੱਕ ਪਰਮਾਤਮਾ ਹੈ। ਇਹ ਸਾਰਾ ਸੰਸਾਰ ਉਹਦੇ ਹੁਕਮ 'ਚ ਬਣੇ, ਉਹਦੇ ਹੁਕਮ ਦੇ ਅੰਦਰ ਚੱਲ ਰਿਹਾ। ਗੁਰਮਤਿ ਦਾ ਜੋ ਮੁੱਖ ਧੁਰਾ ਹੈ, ਮੁੱਖ ਉਪਦੇਸ਼ ਹੈ, ਉਹ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਦੇ ਹੁਕਮ 'ਚ ਕੋਈ ਉੱਚੇ ਜੀਵ ਨੇ, ਕੋਈ ਨੀਵੇਂ ਨੇ, ਕੋਈ ਚੰਗੇ ਨੇ, ਕੋਈ ਮਾੜੇ ਨੇ, ਕੋਈ ਦੁਖੀ ਨੇ, ਕੋਈ ਸੁਖੀ ਨੇ। ਸਤਿਗੁਰੂ ਜੀ ਦੇ ਬਚਨ ਜਪਜੀ ਸਾਹਿਬ 'ਚ ਅਸੀਂ ਰੋਜ਼ ਪੜ੍ਹਦੇ ਹਾਂ ਕਿ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ। ਕੋਈ ਵਾਹਿਗੁਰੂ ਜੀ ਦੀ ਹੁਕਮ ਵਿੱਚ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਨੇ, ਕੋਈ ਸਦਾ ਭਰਮ ਦੇ ਭਟਕਦੇ ਰਹਿੰਦੇ ਨੇ,
ਕੋਈ ਉਹਦੇ ਹੁਕਮ 'ਚ ਸੁਖੀ ਨੇ, ਕੋਈ ਉਹਦੇ ਹੁਕਮ 'ਚ ਦੁਖੀ ਨੇ। ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਵਾਹਿਗੁਰੂ ਜੀ ਦੀ ਇਸ ਰਚਨਾ ਦਾ, ਸ੍ਰਿਸ਼ਟੀ ਦਾ ਜਦੋਂ ਜ਼ਿਕਰ ਕੀਤਾ ਤੇ ਬੇਅੰਤ ਤਰ੍ਹਾਂ ਦੇ ਜੀਵ, ਬੇਅੰਤ ਸੁਭਾਵ ਦੇ ਜੀਵ ਜਿਹੜੇ ਵਾਹਿਗੁਰੂ ਜੀ ਨੇ ਪੈਦਾ ਕੀਤੇ ਨੇ, ਉਹਨਾਂ ਦੀ ਚਰਚਾ ਕਰਦੇ ਹਾਂ। ਸਤਿਗੁਰੂ ਜੀ ਇੱਕੋ ਗੱਲ ਕਹਿੰਦੇ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੇ ਚੰਗੇ ਪਾਸੇ ਲੱਗਿਆਂ ਦੀ ਗੱਲ ਸਤਿਗੁਰੂ ਜੀ ਨੇ ਕੀਤੀ, ਸਤਿਗੁਰੂ ਜੀ ਕਹਿੰਦੇ ਬਹੁਤ ਨੇ ਜਪ ਤਪ ਕਰਨ ਵਾਲੇ, ਬਹੁਤ ਨੇ ਦਾਨ ਪੁੰਨ ਕਰਨ ਵਾਲੇ, ਭਗਤੀ ਕਰਨ ਵਾਲੇ, ਪਰਉਪਕਾਰ ਕਰਨ ਵਾਲੇ ਬਹੁਤ ਨੇ ਜਗਤ ਵਿੱਚ। ਇਹ ਗੱਲ ਵੱਖਰੀ ਹੈ, ਸਾਨੂੰ ਜੋ ਦਿਸਦਾ ਹੈ ਉਹ ਸਾਡੀ ਬਿਰਤੀ ਅਨੁਸਾਰ ਜਾਂ ਜੋ ਦਿਖਾਇਆ ਜਾ ਰਿਹਾ ਹੈ ਉਹੀ ਦਿਸਦਾ ਹੈ। ਗੁਰੂ ਸਾਹਿਬ ਜੀ ਕਹਿੰਦੇ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖਾਂ ਜੋਗੀ ਨੇ, ਅਸੰਖਾਂ ਤਪੀ ਨੇ, ਅਸੰਖਾਂ ਹੀ ਉਦਾਸੀ ਨੇ, ਅਸੰਖਾਂ ਹੀ ਦਾਨ ਪੁੰਨ ਕਰਨ ਵਾਲੇ ਨੇ, ਦਾਤੇ ਨੇ, ਧਰਮੀ ਨੇ, ਪਾਠ ਪੂਜਾ ਕਰਨ ਵਾਲੇ ਬੇਅੰਤ ਨੇ। ਪਰ ਸਤਿਗੁਰੂ ਜੀ ਨੇ ਕਿਹਾ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੇ ਦੂਸਰੇ ਪਾਸੇ ਦੀ ਗਿਣਤੀ ਕੀਤੀ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਢ ਹੱਤਿਆ ਕਮਾਏ। ਅਸੰਖਾਂ ਨੇ ਲੋਕਾਂ ਦਾ ਗਲ ਵੱਢਣ ਵਾਲੇ, ਅਸੰਖਾਂ ਹੱਤਿਆ ਕਰਨ ਵਾਲੇ ਨੇ, ਲੋਕਾਂ ਦਾ ਹੱਕ ਮਾਰਨ ਵਾਲੇ ਨੇ, ਲੋਕਾਂ ਤੇ ਜ਼ੁਲਮ ਕਰਨ ਵਾਲੇ ਬੇਅੰਤ ਨੇ। ਦਰਅਸਲ ਜੋ ਮਾੜੀਆਂ ਤਾਕਤਾਂ ਨੇ ਉਹ ਸਾਨੂੰ ਬਹੁਤ ਨਜ਼ਰ ਆਉਂਦੀਆਂ ਨੇ, ਉਹਨਾਂ ਦੀ ਚਰਚਾ ਵੀ ਬਹੁਤ ਹੁੰਦੀ ਹੈ। ਅਸੀਂ ਅਖਬਾਰਾਂ ਪੜ੍ਹੀਏ, ਕਿਤੇ ਨਿਊਜ਼ ਚੈਨਲ ਤੇ ਨਿਊਜ਼ ਸੁਣੀਏ, ਉੱਥੇ ਜੋ ਮਾੜੀਆਂ ਘਟਨਾਵਾਂ ਹੁੰਦੀਆਂ ਨੇ ਉਹ ਐਨ ਹਾਈਲਾਈਟ ਕੀਤੀਆਂ ਜਾਂਦੀਆਂ ਨੇ, ਉਹਨਾਂ ਦੀ ਚਰਚਾ ਕੀਤੀ ਜਾਂਦੀ ਹੈ। ਮਨੁੱਖ ਦੇ ਮਾਈਂਡ ਵਿੱਚ ਮਾੜਾ ਹੀ ਭਰਿਆ ਜਾਂਦਾ ਹੈ, ਮਾੜਾ ਹੀ ਮਨੁੱਖ ਸੁਣਦਾ ਹੈ, ਮਾੜਾ ਹੀ ਮਨੁੱਖ ਦੇਖਦਾ ਹੈ, ਮਾੜਾ ਹੀ ਸੁਣਨਾ ਚਾਹੁੰਦਾ ਹੈ। ਕਿਤੇ ਅਖਬਾਰ ਕੋਈ ਲੈ ਲੇ ਨਾ ਬੰਦਾ, ਸਾਰੀ ਅਖਬਾਰ ਭਰੀ ਹੁੰਦੀ ਹੈ, ਕੁਝ ਨਾ ਕੁਝ ਲਿਖਿਆ ਹੁੰਦਾ ਹੈ, ਤੇ ਜੇ ਕਿਤੇ ਕੋਈ ਉਹੋ ਜਿਹੀ ਮਨ ਭਾਉਂਦੀ ਗੱਲ ਨਾ ਪਾਏ, ਬੰਦਾ ਕਹਿੰਦਾ ਹੈ ਹੀ ਕੋਈ ਨਹੀਂ ਖਬਰ ਇੱਥੇ। ਤਾਂ ਸਾਰੀ ਅਖਬਾਰ ਭਰੀ ਹੈ ਸੂਚਨਾਵਾਂ ਦੇ ਨਾਲ, ਲੇਕਿਨ ਮਨੁੱਖ ਕਹਿੰਦਾ ਜੀ ਇਹਦੇ ਤੇ ਖਬਰ ਹੀ ਕੋਈ ਨਹੀਂ, ਅੱਜ ਖਾਸ ਖਬਰ ਨਹੀਂ ਹੈ ਕੋਈ। ਖਾਸ ਦਾ ਮਤਲਬ ਚਾਹੁੰਦਾ ਕਿ ਕਿਤੇ ਨਾ ਕਿਤੇ ਕੋਈ ਦੁਰਘਟਨਾ ਹੋਏ, ਕਿਤੇ ਲੜਾਈ ਝਗੜਾ ਹੋਏ, ਕਿਤੇ ਬੰਬ ਡਿੱਗ ਜਾਏ, ਕਿਤੇ ਕਤਲੋ ਗਾਰਤ ਹੋ ਜਾਏ, ਫਿਰ ਮਨੁੱਖ ਬੜੇ ਚਾਅ ਨਾਲ ਅਖਬਾਰਾਂ ਪੜ੍ਹਦਾ। ਬੜੀਆਂ ਅਖਬਾਰਾਂ ਵਿਕਦੀਆਂ ਨੇ ਫਿਰ, ਕਿਉਂਕਿ ਮਨੁੱਖ ਮਾੜਾ ਹੀ ਸੁਣਨਾ ਚਾਹੁੰਦਾ ਹੈ, ਉਹਦੇ ਅੰਦਰ ਮਾੜਾ ਹੈ, ਮਾੜਾ ਦੇਖਣਾ ਚਾਹੁੰਦਾ। ਮਾੜੇ ਨੂੰ ਜ਼ਿਆਦਾ ਪ੍ਰਚਾਰਿਆ ਜਾਂਦਾ ਹੈ, ਚੰਗਾ ਬਹੁਤ ਹੈ ਧਰਤੀ ਤੇ, ਧਰਤੀ ਚੱਲਦੀ ਚੰਗੇ ਲੋਕਾਂ ਦੇ ਸਿਰ ਤੇ। ਮਤਾਂ ਸੋਚੀਏ ਕਿ ਧਰਤੀ ਕੁਝ ਕੁ ਲੋਕ ਜਿਹੜੇ ਤਖਤਾਂ ਤਾਜਾਂ ਤੇ ਬੈਠ ਜਾਂਦੇ ਨੇ, ਇਹਨਾਂ ਦੇ ਸਿਰ ਤੇ ਚੱਲਦੀ ਹੈ। ਧਰਤੀ ਨੂੰ ਚਲਾਉਣ ਵਾਲੇ ਹੋਰ ਬਹੁਤ ਲੋਕ ਨੇ, ਇਸ ਸਮਾਜ ਨੂੰ, ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲੀਆਂ ਬੜੀਆਂ ਤਾਕਤਾਂ ਨੇ। ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਪਰਮਾਤਮਾ ਆਪ ਹੀ ਥਾਂ ਥਾਂ ਸਿਰ ਲੋਕਾਂ ਨੂੰ ਬਿਠਾਉਂਦਾ ਹੈ। ਇਹ ਜਿੰਨੀਆਂ ਵਡਿਆਈਆਂ ਨੇ, ਜਿੰਨੇ ਰੁਤਬੇ ਨੇ, ਇਹ ਪਰਮਾਤਮਾ ਨੇ ਨਿਯਤ ਕੀਤੇ ਨੇ ਸਾਰੇ। ਆਸਾ ਦੀ ਵਾਰ ਵਿੱਚ ਗੁਰੂ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਰੋਜ਼। ਚਿੱਤ ਹੈ ਅੰਦਰ ਸਭ ਕੋ, ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ, ਵੱਡੋ ਵੱਡਾ ਵੱਡ ਮੇਦਨੀ ਸਿਰ ਹੈ ਸਿਰ ਧੰਦੇ ਲਾਏਂਦਾ। ਉਹ ਪ੍ਰਮਾਤਮਾ ਸਾਰਿਆਂ ਤੋਂ ਵੱਡਾ ਹੈ, ਉਹਦੀ ਇਹ ਸ੍ਰਿਸ਼ਟੀ ਬੜੀ ਵੱਡੀ ਹੈ। ਉਸ ਪ੍ਰਮਾਤਮਾ ਨੇ ਥਾਂ ਥਾਂ ਸਿਰ ਹਰ ਮਨੁੱਖ ਨੂੰ ਧੰਦੇ ਤੇ ਲਾਇਆ, ਕਿਸੇ ਨੂੰ ਚੰਗੇ ਤੇ ਲਾਤਾ, ਕਿਸੇ ਨੂੰ ਮਾੜੇ ਤੇ ਲਾ ਦਿੱਤਾ। ਥਾਂ ਥਾਂ ਸਿਰ ਤੇ ਧੰਦਿਆਂ ਨੂੰ ਲਾਇਆ ਹੋਇਆ ਹੈ। ਇਹ ਵਡਿਆਈਆਂ, ਇਹ ਰੁਤਬੇ, ਇਹ ਪਰਮਾਤਮਾ ਦੇ ਦਿੱਤੇ ਹੋਏ ਨੇ। ਪਰ ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਾਹੋ ਕਰਾਏਂਦਾ। ਜਦੋਂ ਪਰਮਾਤਮਾ ਆਪਣੀ ਨਜ਼ਰ ਉਪੱਠੀ ਕਰ ਦਿੰਦਾ ਹੈ, ਪੁੱਠੀ ਕਰ ਦਿੰਦਾ ਹੈ, ਦੇਖੋ ਇਹ ਰੁਤਬੇ ਦਿੱਤੇ, ਉਹਦੀ ਨਜ਼ਰ ਸਿੱਧੀ ਹੈ। ਮਨੁੱਖ ਰੁਤਬਿਆਂ ਤੇ ਬੈਠ ਕੇ ਜਦੋਂ ਚੰਗੇ ਕੰਮ ਨਹੀਂ ਕਰਦਾ, ਰੁਤਬਿਆਂ ਦੀ ਦੁਰਵਰਤੋਂ ਕਰਦਾ, ਲੋਕਾਂ ਦੇ ਉੱਪਰ ਧੱਕਾ ਕਰਦਾ, ਜ਼ੋਰ ਜ਼ੁਲਮ ਕਰਦਾ, ਫਿਰ ਨਜ਼ਰ ਹਮੇਸ਼ਾ ਥੋੜ੍ਹੋ ਰਹੇਗੀ। ਜਦੋਂ ਉਹਦੀ ਨਜ਼ਰ ਦਾ ਪਾਤਰ ਮਨੁੱਖ ਨਹੀਂ ਰਹਿੰਦਾ ਤੇ ਵੱਡੇ ਵੱਡੇ ਸ਼ਾਹ ਸੁਲਤਾਨ ਜਿਹੜੇ ਨੇ ਕੱਖਾਂ ਤੋਂ ਹੌਲੇ ਹੋ ਜਾਂਦੇ ਨੇ। ਇਵੇਂ ਕਹਿ ਲਓ ਕਿ ਉਹ
ਕੱਖਾਂ ਦੇ ਤਿਣਕੇ ਵਰਗੇ ਬਣ ਜਾਂਦੇ, ਉਹਨਾਂ ਨੂੰ ਪੁੱਛਦਾ ਹੀ ਕੋਈ ਨਹੀਂ ਹੈ, ਉਹ ਧਰਤੀ ਤੇ ਰੁਲਦੇ ਫਿਰਦੇ ਨੇ। ਸਤਿਗੁਰੂ ਸਾਹਿਬ ਜੀ ਨੇ ਪ੍ਰਮਾਤਮਾ ਦੀ ਸਮਰੱਥਾ ਦਾ ਜ਼ਿਕਰ ਬੇਅੰਤ ਥਾਵਾਂ ਤੇ ਕੀਤਾ ਹੈ ਕਿ ਪ੍ਰਮਾਤਮਾ ਇੰਨਾ ਮਹਾਨ ਹੈ। ਛੀਆਂ, ਬਾਜਾਂ, ਚਰਗਾਂ, ਕੋਈਆਂ ਇਹਨਾਂ ਖਵਾਲੇ ਘਾਹ ਖਾਨ ਤਨ ਮਾਸ ਖਵਾਏ, ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸ਼ਗਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ। ਉਹ ਪ੍ਰਮਾਤਮਾ ਇੰਨਾ ਸਮਰੱਥ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਛਿੰਨ ਚ ਰਾਜੇ ਤੇ ਰਾਜਿਆਂ ਨੂੰ ਰੰਕ ਕਰ ਸਕਦਾ। ਕੀੜੇ ਵਰਗੇ ਜਿਹੜੇ ਲੋਕ ਨੇ, ਕਿਉਂਕਿ ਆਮ ਲੋਕਾਂ ਨੂੰ ਜਿਹੜੇ ਵੱਡੇ ਵੱਡੇ ਤਾਕਤਵਰ ਜਾਂ ਹੰਕਾਰੀ ਲੋਕ ਨੇ ਕੀੜਿਆਂ ਵਰਗੇ ਸਮਝਦੇ। ਤੁਸੀਂ ਦੇਖਦੇ ਆ ਹਕੂਮਤਾਂ ਕੀੜਿਆਂ ਵਾਂਗੂ ਲੋਕਾਂ ਨੂੰ ਮਾਰਦੀਆਂ ਨੇ, ਕੀੜਿਆਂ ਵਾਂਗੂ ਲੋਕਾਂ ਦੇ ਉੱਪਰ ਜ਼ੁਲਮ ਕਰਦੀਆਂ ਨੇ, ਜਿਵੇਂ ਪੈਰਾਂ ਹੇਠ ਕੀੜਾ ਜੇ ਕੋਈ ਪਰਵਾਹ ਨਹੀਂ ਹੈ। ਤੇ ਇਹੋ ਜਿਹੇ ਆਪਾਂ ਦੇਖਦੇ ਹਾਂ ਮੰਦ ਨੀਅਤ ਵਾਲੇ ਜਿਹੜੇ ਸ਼ਾਸਕ ਹੁੰਦੇ ਨੇ, ਉਹਨਾਂ ਦੇ ਰਾਜ ਵਿੱਚ ਲੋਕ ਮਰਦੇ ਨੇ, ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਕੀੜਿਆਂ ਮਕੌੜਿਆਂ ਵਾਂਗੂ ਉਹਨਾਂ ਨੂੰ ਲੋਕ ਨਜ਼ਰ ਆਉਂਦੇ ਨੇ। ਪਰ ਜਦੋਂ ਪ੍ਰਮਾਤਮਾ ਆਪਣੀ ਨਜ਼ਰ ਕਰਦਾ, ਕੀੜਾ ਥਾਪ ਦੇ ਪਾਤਸ਼ਾਹੀ, ਇਹੋ ਜਿਹੇ ਕੀੜੇ ਵਰਗੇ ਲੋਕ ਜਿਹੜੇ ਉਹਨਾਂ ਨੂੰ ਪਾਤਸ਼ਾਹੀਆਂ ਦੇ ਦਿੰਦਾ। ਤੇ ਵੱਡੇ ਵੱਡੇ ਜਿਹੜੇ ਸੁਲਤਾਨਾਂ ਕਾਹੋ ਕਰਾਏਂਦਾ, ਜਿਹੜੇ ਵੱਡੇ ਵੱਡੇ ਜਿਹੜੇ ਸ਼ਾਹ ਸੁਲਤਾਨ ਨੇ, ਉਹ ਘਾਹ ਵਾਂਗੂ, ਇਵੇਂ ਕਹਿ ਲਓ ਕੱਖ ਦੇ ਤਣਕੇ ਵਾਂਗੂ ਬਣ ਜਾਂਦੇ ਜਾਂ ਘਾਹ ਖਾਣ ਲਈ ਮਜਬੂਰ ਹੋ ਜਾਂਦੇ ਨੇ। ਇਹ ਪ੍ਰਮਾਤਮਾ ਦੀ ਸਮਰੱਥਾ ਹੈ। ਪ੍ਰਮਾਤਮਾ ਰਾਜਾਂ ਦਾ ਰਾਜਾ ਹੈ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ, ਵੀਰ ਅਪਾਰ ਵੱਡੇ ਬਰਿਆਰ, ਅਬਚਾਰੇ ਸਾਰ ਕੀ ਧਾਰ ਪਛਈਆ, ਤੋਰ ਦੇਸ ਮਲਿੰਦ ਮਵਸਨ, ਮਾਤਿਕ ਜਾਨ ਕੇ ਮਾਨ ਮਲੀਆ, ਗਾੜੇ ਗੜਾਨ ਕੇ ਤੋੜਨ ਹਾਰ, ਸੁਜਾਚ ਕਨੇਕ ਸੁਏਗ ਦੁਈਆ, ਦਾਨਵ ਦੇਸ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਸਾਹਮਣੇ ਵੱਡੇ ਵੱਡੇ ਜਿਹੜੇ ਵੀਰ ਨੇ, ਵੱਡੇ ਜੋਰਾਵਰ ਨੇ, ਵੱਡੇ ਵੱਡੇ ਮਸਤ ਲੋਕਾਂ ਦੇ ਮਾਣ ਨੂੰ ਮਲ ਦੇਣ ਵਾਲੇ ਨੇ। ਪ੍ਰਮਾਤਮਾ ਚਾਹੇ ਤੇ ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕ ਅਨੇਕ ਸੂ ਏਕ ਦਵਈਆ। ਉਹ ਪ੍ਰਮਾਤਮਾ ਸਾਰਿਆਂ ਦਾ ਹੀ ਨਾਇਕ ਹੈ, ਮੁਖੀ ਹੈ, ਆਗੂ ਹੈ। ਇਹ ਸਭ ਉਹਦੇ ਭਾਣੇ 'ਚ ਨੇ, ਉਹਦੀ ਰਜਾ 'ਚ ਨੇ। ਕਿਸੇ ਕੋ ਤਾਕਤ ਆ ਗਈ, ਰਾਜ ਭਾਗ ਆ ਗਿਆ, ਉਹਦੀ ਰਜਾ 'ਚ ਹੀ ਹੈ। ਉਹਨੇ ਮੌਕਾ ਦਿੱਤਾ ਕਿਸੇ ਨੂੰ ਮਨੁੱਖਤਾ ਦੀ ਸੇਵਾ ਦਾ, ਪਰ ਜਦੋਂ ਨਹੀਂ ਕਰਦਾ ਇਹ ਪ੍ਰਮਾਤਮਾ ਉਹਨੂੰ ਫਿਰ ਕੱਖਾਂ ਤੋਂ ਹੌਲੇ ਕਰ ਦਿੰਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਇਸ ਪਵਿੱਤਰ ਮੁਖਵਾਕ ਰਾਹੀਂ ਉਸ ਪਰਮ ਪਿਤਾ ਵਾਹਿਗੁਰੂ ਜੀ ਦੀ ਬੇਅੰਤ ਸਮਰੱਥਾ ਦਾ ਜ਼ਿਕਰ ਕਰਦੇ ਹਾਂ। ਸਾਨੂੰ ਉਹਦੇ ਹੁਕਮ ਵਿੱਚ ਚੱਲ ਕੇ, ਉਹਦੀ ਰਜਾ ਚੱਲ ਕੇ, ਉਹਦੀ ਰਹਿਮਤ ਦੇ ਪਾਤਰ ਬਣਨ ਦੀ ਪ੍ਰੇਰਣਾ ਕਰ ਰਹੇ ਨੇ। ਆਓ ਮਿਲ ਕੇ ਗੁਰੂ ਕੇ ਬਚਨਾਂ ਦੀ ਵਿਚਾਰ ਸਾਂਝੀ ਕਰੀਏ, ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਹਾਂ। ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਸਾਰੇ ਹੀ ਮੁਖ ਤੋਂ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ, ਮੋਹਨ ਸਭ ਜੀ ਤੇਰੇ ਤੂੰ ਤਾਰੇ ਹੈ। ਸਾਰੰਗ ਰਾਗ ਦਾ ਪੰਚਮ ਸਤਿਗੁਰੂ ਜੀ ਦਾ ਇਹ ਪਵਿੱਤਰ ਮੁਖ ਵਾਕ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1211 ਤੇ ਅੰਕਿਤ ਹੈ। ਸਾਹਿਬ ਕਹਿੰਦੇ ਮੋਹਨ, ਮੋਹਨ ਦਾ ਅਰਥ ਹੈ ਜਿਹੜਾ ਮਨ ਨੂੰ ਮੋਹ ਲਏ। ਮੋਹਨ ਪਰਮਾਤਮਾ ਮਨ ਨੂੰ ਮੋਹ ਲੈਣ ਵਾਲਾ ਹੈ। ਪਰਮਾਤਮਾ ਦੇ ਬੇਅੰਤ ਕਰਮ ਨਾਮ ਰੱਬੀ ਪਿਆਰਿਆਂ ਨੇ ਰੱਖੇ ਨੇ। ਕਿਤੇ ਮੋਹਨ ਕਿਹਾ ਹੈ, ਗੋਪਾਲ ਕਿਹਾ ਹੈ, ਦਮੋਦਰ ਕਿਹਾ ਹੈ, ਕਿਤੇ ਗੋਵਰਧਨ ਕਿਹਾ ਹੈ। ਗੋਵਰਧਨ, ਗੋ ਮੈਣਾ ਪ੍ਰਿਥਵੀ, ਵਰਧਨ ਮੈਣਾ ਇਹਨੂੰ ਵਧਾਉਣ ਵਾਲਾ। ਗੋਵਰਧਨ ਪ੍ਰਿਥਵੀ ਨੂੰ ਵਧਾਉਣ ਵਾਲਾ। ਜੋ ਲੋਕਾਂ ਨੇ ਪ੍ਰਮਾਤਮਾ ਦੇ ਨਾਮ ਰੱਖੇ, ਕਈ ਸ਼ਰਧਾਲੂਆਂ ਨੇ ਆਪਣੇ ਜਿਹੜੇ ਪੂਜਨੀਕ ਲੋਕ ਸਨ ਉਹਨਾਂ ਨੇ ਵੀ ਉਹ ਨਾਮ ਵਰਤਣੇ ਸ਼ੁਰੂ ਕਰ ਦਿੱਤੇ। ਉਹਨਾਂ ਲਈ ਤੇ ਹੈ, ਆਮ ਲੋਕਾਂ ਦੇ ਨਾਮ ਰੱਖੇ। ਮੋਹਨ ਕਈ ਲੋਕਾਂ ਦਾ ਨਾਮ ਹੈ, ਕਈ ਮੋਹਨ ਸਿੰਘ ਹੋਣਗੇ, ਕਈ ਮੋਹਨ ਲਾਲ ਹੋਣਗੇ, ਕਈ ਮੋਹਨ ਚੰਦ ਹੋਣਗੇ, ਕਈ ਰਾਮ ਸਿੰਘ ਨੇ ਸਾਡੇ ਆਲੇ ਦੁਆਲੇ, ਕਈ ਕਰਤਾਰ ਸਿੰਘ ਨੇ, ਕਈਆਂ ਨੇ ਪਰਮੇਸ਼ਰ ਸਿੰਘ ਵੀ ਨਾਂ ਰੱਖ ਲਿਆ, ਵਾਹਿਗੁਰੂ ਸਿੰਘ ਵੀ ਰੱਖ ਲਿਆ, ਕਈ ਤੇ ਵਾਹਿਗੁਰੂ ਪਾਲ ਸਿੰਘ, ਵਾਹਿਗੁਰੂ ਨੂੰ ਪਾਲਣ ਵਾਲੇ ਵੀ ਬਣ ਜਾਂਦੇ ਨੇ। ਸੁਭਾਅ ਭਾਵੇਂ ਕੁਰਖਤੀ ਹੋਏ, ਲੋਕਾਂ ਨੂੰ ਭਾਵੇਂ ਜ਼ਿੰਦਗੀ ਬਰਬਾਦ ਕਰਨ ਵਾਲਾ ਨਾਮ ਵਾਹਿਗੁਰੂ ਪਾਲ ਵੀ ਰੱਖ ਲੈਂਦੇ ਨੇ। ਨਾਂ ਰੱਖਣ ਦੇ ਨਾਲ ਗੱਲ ਨਹੀਂ ਬਣਦੀ। ਹੁਣ ਪ੍ਰਮਾਤਮਾ ਦੇ ਨਾਮ ਰੱਬੀ ਪਿਆਰਿਆਂ ਨੇ ਬਹੁਤ ਰੱਖੇ, ਕਰਮ ਨਾਮ, ਜਿਹੋ ਜਿਹਾ ਉਹਦਾ ਕਰਮ ਦੇਖਿਆ। ਪ੍ਰਮਾਤਮਾ ਦਾ ਇੱਕ ਇੱਕ ਕੰਮ ਸਾਡੇ ਮਨ ਨੂੰ ਮੋਹ ਲੈਣ ਵਾਲਾ ਹੈ, ਉਹਦਾ ਨਾਮ ਮੋਹਨ ਰੱਖ ਦਿੱਤਾ। ਮਨੋਹਰ, ਮਨ ਨੂੰ ਖਿੱਚਣ ਵਾਲਾ ਆਪਣੇ ਵੱਲ, ਉਹਦਾ ਨਾਮ ਮਨੋਹਰ ਰੱਖ ਦਿੱਤਾ।
ਹੁਣ ਹੋਰ ਕੋਈ ਦੇਵੀ ਦੇਵਤਿਆਂ ਦੇ ਨਾਮ ਜਾਂ ਸਤਿਕਾਰਤ ਹਸਤੀਆਂ ਦੇ ਨਾਮ ਨਾਲ ਜੋੜ ਕੇ ਕੋਈ ਇਹ ਗੱਲ ਕਹੇ, ਦੇਖੋ ਜੀ ਆਹ ਨਾਮ ਗੁਰੂ ਗ੍ਰੰਥ ਸਾਹਿਬ ਜੀ ਸਾਏ ਨੇ, ਇਹ ਉਹਨਾਂ ਦੀ ਚਰਚਾ ਹੈ। ਇਹ ਬੜੀ ਸਾਡੇ ਗਿਆਨ ਦਾ ਪੱਧਰ ਨੀਵਾਂ ਹੋਵੇਗਾ ਜੇ ਆਪਾਂ ਸਮਝਾਂਗੇ ਕਿ ਕਿਸੇ ਉਸ ਵਿਅਕਤੀ ਦੀ ਗੱਲ ਜਿਹੜਾ ਜੰਮਦਾ ਤੇ ਮਰਦਾ ਹੈ ਉਹਨੂੰ ਇਹ ਨਾਮ ਦਿੱਤੇ ਤੇ ਉਹਨਾਂ ਦੀ ਚਰਚਾ ਹੈ ਗੁਰਬਾਣੀ 'ਚ। ਇਹ ਬੜੀ ਵੱਡੀ ਭੁੱਲ ਹੋਏਗੀ। ਪਰਮਾਤਮਾ ਜੰਮਣ ਮਰਨ ਤੋਂ ਰਹਿਤ ਹੈ। ਸੋ ਮੁਖ ਜਲੋ ਜੇ ਜੋ ਕਹੇ ਠਾਕੁਰ ਜੋਨੀ, ਉਹ ਮੂੰਹ ਸੜ ਜਾਣਾ ਚਾਹੀਦਾ ਜਿਹੜਾ ਕਹਿੰਦਾ ਕਿ ਰੱਬ ਕਿਸੇ ਮਾਂ ਦੇ ਘਰ 'ਚ ਜਨਮਿਆ ਜਾਂ ਕਿਤੇ ਉਹ ਮਰ ਗਿਆ ਜਾਂ ਉਹ ਕਿਤੇ ਚਲਿਆ ਗਿਆ। ਪਰਮਾਤਮਾ ਤੇ ਇੱਕ ਪਰਮ ਸੱਤਾ ਹੈ, ਪਰਮ ਹਸਤੀ ਹੈ, ਸਰਬ ਸ਼ਕਤੀਮਾਨ ਹੈ ਪਰਮਾਤਮਾ। ਇਸ ਕਰਕੇ ਪਰਮਾਤਮਾ ਦਾ ਨਾਮ ਮੋਹਨ ਰੱਖਿਆ, ਗੋਪਾਲ ਰੱਖਿਆ, ਮੁਰਾਰੀ ਰੱਖਿਆ, ਦਮੋਦਰ, ਬੇਅੰਤ ਪਰਮਾਤਮਾ ਦੇ ਨਾਮ ਨੇ। ਹੋਰ ਕਿਸੇ ਦੇ ਨਾਲ ਰੱਖ ਲਏ ਹੋਣ ਤੇ ਉਹ ਗੱਲ ਉਹਦੀ ਮਰਜ਼ੀ ਆ, ਰੱਖੀ ਜਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਮੋਹਨ ਸਭ ਜੀ ਤੇਰੇ ਤੂੰ ਤਾਰੇ। ਹੇ ਵਾਹਿਗੁਰੂ ਜੀਓ, ਮਨ ਨੂੰ ਮੋਹ ਲੈਣ ਵਾਲੇ ਪਰਮਾਤਮਾ ਜੀ, ਆ ਸਾਰੇ ਸੰਸਾਰ ਦੇ ਜੀਵ ਤੁਹਾਡੇ ਹੀ ਨੇ, ਤੁਸੀਂ ਬਣਾਏ ਹੋਏ ਨੇ ਤੇ ਤੁਸੀਂ ਹੀ ਇਹਨਾਂ ਨੂੰ ਤਾਰਦੇ ਹੋ। ਤਾਰਦੇ ਤੋਂ ਭਾਵ ਦੁੱਖਾਂ ਤੋਂ ਮੁਕਤ ਵੀ ਤੁਸੀਂ ਕਰ ਸਕਦੇ ਹੋ। ਜੇ ਜੀਵ ਪਰਮਾਤਮਾ ਦੇ ਬਣਾਏ ਨੇ ਤੇ ਜੀਵਾਂ ਨੂੰ ਦੁੱਖਾਂ ਤੋਂ ਚਿੰਤਾਵਾਂ ਤੋਂ ਮੁਕਤੀ ਵੀ ਪਰਮਾਤਮਾ ਨੇ ਦੇਣੀ ਹੈ। ਇਹ ਨਹੀਂ ਕਿ ਸਾਨੂੰ ਪੈਦਾ ਪਰਮਾਤਮਾ ਨੇ ਕੀਤਾ ਤੇ ਭੱਜੇ ਅਸੀਂ ਕਬਰਾਂ ਤੇ ਫਿਰੀਏ। ਵਾਹਿਗੁਰੂ ਜੀ ਸਾਨੂੰ ਰਿਜ਼ਕ ਦੇਣ ਵਾਲਾ ਤੇ ਹੱਥ ਅਸੀਂ ਪੱਥਰਾਂ ਦੇ ਅੱਗੇ ਜੋੜਦੇ ਫਿਰੀਏ ਜਾਂ ਮੱਥੇ ਅਸੀਂ ਪਸ਼ੂਆਂ ਨੂੰ ਟੇਕਦੇ ਫਿਰੀਏ। ਜਿੱਥੇ ਮਰਜ਼ੀ ਮਿੱਟੀ ਦੀ ਢੇਰੀ ਬਣਾ ਕੇ ਕਹੇ ਜੀ ਰੱਬ ਦਾ ਘਰ ਹੈ। ਪਰਮਾਤਮਾ ਤੇ ਸਾਡੇ ਅੰਦਰ ਹੈ, ਸਾਡਾ ਸਰੀਰ ਹੀ ਰੱਬ ਦਾ ਘਰ ਹੈ। ਕਿਸੇ ਮਿੱਟੀ ਨੂੰ, ਕਿਸੇ ਪੱਥਰ ਨੂੰ, ਕਿਸੇ ਪਸ਼ੂ ਨੂੰ, ਕਿਸੇ ਬੰਦੇ ਨੂੰ ਇਹ ਸਮਝ ਕੇ ਇਹ ਰੱਬ ਹੈ ਮੱਥਾ ਟੇਕਣਾ ਮਨੁੱਖ ਦੀ ਬਹੁਤ ਵੱਡੀ ਭੁੱਲ ਤੇ ਮਨੁੱਖਤਾ ਤੋਂ ਗਿਰੇ ਹੋਏ ਇਹ ਮਨੁੱਖ ਦੀ ਪਹਿਚਾਣ ਹੁੰਦੀ ਹੈ। ਉਹ ਮਨੁੱਖੀ ਪੱਧਰ ਤੋਂ ਡਿੱਗ ਜਾਂਦਾ ਹੈ। ਮਨੁੱਖ ਇੱਕ ਬਹੁਤ ਵੱਡੀ ਪਦਵੀ ਹੈ। ਮਨੁੱਖ ਕੇਵਲ ਇਹ ਨਹੀਂ ਕਿ ਅਸੀਂ ਜਨਮੇ ਹਾਂ, ਖਾ ਪੀ ਲਿਆ, ਬੜਾ ਵੱਡਾ ਘਰ ਬਣਾ ਲਿਆ ਤੇ ਆਪਾਂ ਮਨੁੱਖ ਹਾਂ। ਸਤਿਗੁਰੂ ਜੀ ਨੂੰ ਇਹ ਗੱਲ ਉਚੇਚੇ ਤੌਰ ਤੇ ਕਹਿਣੀ ਪਈ ਕਿ ਠੀਕ ਹੈ ਦੇਖਣ ਨੂੰ ਅਸੀਂ ਮਨੁੱਖ ਹਾਂ ਪਰ ਅਜੇ ਮਨੁੱਖ ਹੈ ਨਹੀਂ। ਸਾਡੀ ਕਰਨੀ, ਸਾਡੇ ਕੰਮ ਮਨੁੱਖਾਂ ਵਾਲੇ ਨਹੀਂ ਹੈ। ਕਰਤੂਤ ਪਸ਼ੂ ਕੀ ਮਾਨਸ਼ ਜਾਤ, ਸਾਡੀ ਜਿਹੜੀ ਕਰਨੀ ਹੈ ਨਾ ਉਹ ਅਜੇ ਪਸ਼ੂਆਂ ਵਾਲੀ। ਕਈ ਵਾਰ ਨਹੀਂ ਤੇ ਪਸ਼ੂਆਂ ਤੋਂ ਵੀ ਨੀਵੇਂ ਅਸੀਂ ਚਲੇ ਜਾਂਦੇ ਹਾਂ। ਕਿਸੇ ਥਾਂ ਤੇ ਮਨੁੱਖ ਪਸ਼ੂ ਦੇ ਪੱਧਰ ਤੋਂ ਵੀ ਹੇਠਾਂ ਚਲਿਆ ਜਾਂਦਾ ਹੈ। ਇਸ ਕਰਕੇ ਮਨੁੱਖ ਉਦੋਂ ਹੀ ਮਨੁੱਖ ਬਣਦਾ ਜਦੋਂ ਮਨੁੱਖਾਂ ਵਾਲੇ ਕੰਮ ਕਰੇ। ਤੇ ਮਨੁੱਖ ਦਾ ਕੰਮ ਤੇ ਈਰਖਾ ਕਰਨਾ ਨਹੀਂ ਹੈ। ਮਨੁੱਖ ਦਾ ਕੰਮ ਤੇ ਦੂਜਿਆਂ ਦੇ ਦਿਲ ਦਿਖਾਉਣਾ ਨਹੀਂ ਹੈ। ਮਨੁੱਖ ਦਾ ਕੰਮ ਤੇ ਲੋਕਾਂ ਤੇ ਜ਼ੁਲਮ ਕਰਨਾ ਨਹੀਂ ਹੈ। ਮਨੁੱਖ ਦਾ ਕੰਮ ਤੇ ਕਿਸੇ ਨਾਲ ਬੇਈਮਾਨੀ ਜਾਂ ਕਿਸੇ ਨਾਲ ਝੂਠ ਬੋਲਣਾ ਨਹੀਂ ਹੈ। ਇਹ ਮਨੁੱਖ ਦਾ ਕੰਮ ਨਹੀਂ ਹੈ। ਇਹ ਮਨੁੱਖੀ ਪੱਧਰ ਤੋਂ ਡਿੱਗੇ ਹੋਏ। ਅਸੀਂ ਆਮ ਇੱਕ ਗੱਲ ਕਹਿੰਦੇ ਹਾਂ, ਜਦੋਂ ਕੋਈ ਮਨੁੱਖ ਬਹੁਤ ਬੇਈਮਾਨ ਹੋਏ, ਬਹੁਤ ਹੇਰਾ ਫੇਰੀ, ਠੱਗੀ ਠੋਰੀ ਜਾਂ ਜ਼ੋਰ ਜ਼ੁਲਮ, ਆਪਾਂ ਕਹਿੰਦੇ ਇਹਦੇ ਅੰਦਰ ਇਨਸਾਨੀਅਤ ਹੀ ਹੈ ਨਹੀਂ, ਇਹਦੇ ਅੰਦਰੋਂ ਮਨੁੱਖਤਾ ਹੀ ਮਰ ਗਈ ਹੈ। ਜਦੋਂ ਮਨੁੱਖ ਦੇ ਅੰਦਰੋਂ ਮਨੁੱਖਤਾ ਮਰਦੀ ਹੈ ਉਦੋਂ ਇਹ ਕੰਮ ਕਰਦਾ ਝੂਠ ਬੋਲਣਾ। ਜਦੋਂ ਅਸੀਂ ਥੋੜਾ ਵੀ ਝੂਠ ਬੋਲਦੇ ਹਾਂ ਅੰਦਰੋਂ ਸਾਡੇ ਮਨੁੱਖਤਾ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ, ਇਨਸਾਨੀਅਤ ਸਾਡੇ ਅੰਦਰੋਂ ਡਿੱਗਣੀ ਸ਼ੁਰੂ ਹੋ ਜਾਂਦੀ ਹੈ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਸਾਰੇ ਜੀਵ ਪਰਮਾਤਮਾ ਦੇ ਨੇ। ਕੋਈ ਮਨੁੱਖ ਜਿਹੜਾ ਹੈ ਉਹ ਕਿਸੇ ਨੂੰ ਤਾਰ ਨਹੀਂ ਸਕਦਾ, ਕਿਸੇ ਨੂੰ ਮਾਰ ਨਹੀਂ ਸਕਦਾ। ਇਹ ਪਰਮਾਤਮਾ ਦੇ ਹੁਕਮ 'ਚ ਹੀ ਹੈ ਜਗਤ ਚੱਲ ਰਿਹਾ। ਹੁਣ ਇੱਕ ਸਵਾਲ ਖੜਾ ਹੁੰਦਾ ਹੈ, ਧਰਤੀ ਤੇ ਬਹੁਤ ਲੋਕ ਨੇ ਜਿਹੜੇ ਲੋਕਾਂ ਤੇ ਜ਼ੋਰ ਜ਼ੁਲਮ ਕਰਦੇ ਨੇ ਤੇ ਅਸੀਂ ਕਹਾਂਗੇ ਪਰਮਾਤਮਾ ਕਰਦਾ ਜ਼ੁਲਮ। ਬਣਾਏ ਤੇ ਉਹ ਪਰਮਾਤਮਾ ਦੇ ਨੇ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਸਾਨੂੰ ਯਾਦ ਕਰਨਾ ਪਏਗਾ। 1521 ਦੇ ਵਿੱਚ ਭਾਰਤ ਦੇ ਉੱਪਰ ਬਾਬਰ ਚੜ ਕੇ ਆਇਆ। ਬਾਬਰ ਨੇ ਹਮਲਾ ਕੀਤਾ, ਬੜਾ ਕਤਲੇਆਮ ਹੋਇਆ। ਸਤਿਗੁਰੂ ਸਾਹਿਬ ਜੀ ਨੇ ਉਹ ਸਾਰਾ ਕਤਲੇਆਮ ਦੇਖਿਆ, ਬਾਬਰ ਦਾ ਜ਼ੁਲਮ ਦੇਖਿਆ। ਸਤਿਗੁਰੂ ਜੀ ਨੇ ਇੱਕ ਗੱਲ ਕਹੀ ਸੀ, ਆਪੇ ਦੋਸ਼ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਜਦੋਂ ਮਨੁੱਖ ਆਪਣੇ ਫਰਜ਼ਾਂ ਤੋਂ ਭੱਜ ਜਾਏ, ਜਦੋਂ ਮਨੁੱਖ ਆਪਣੀ ਜ਼ਿੰਦਗੀ ਦੇ ਵੱਲੋਂ ਅਵੇਅਰ ਨਾ ਰਹੇ, ਸੁਚੇਤ ਨਾ ਰਹੇ, ਆਪਣੇ ਅਧਿਕਾਰਾਂ ਨੂੰ ਭੁੱਲ ਜਾਏ, ਉਦੋਂ ਫਿਰ ਕੀ ਹੁੰਦਾ ਹੈ? ਆਪਾਂ ਉਦਾਹਰਣ ਦੇ ਤੌਰ ਤੇ ਬਿਲਡਿੰਗਾਂ ਮਾੜੀਆਂ ਬਣਾਵਾਂਗੇ, ਬੇਈਮਾਨੀ ਨਾਲ ਬਣਾਵਾਂਗੇ ਤੇ ਉਹ ਧਰਤੀ ਦਾ ਹਿੱਲਣਾ ਤੇ ਇੱਕ ਬਹਾਨਾ ਹੀ ਹੈ। ਧਰਤੀ ਦਾ ਹਿੱਲਣਾ ਤੇ ਇੱਕ ਬਹਾਨਾ ਹੀ ਹੈ, ਉਹ ਤੇ ਡਿੱਗਣੀਆਂ ਹੀ ਨੇ।
ਮਨੁੱਖ ਜ਼ਿੰਦਗੀ ਦੇ ਅੰਦਰ ਜਦੋਂ ਪੱਧਰ ਤੋਂ ਡਿੱਗ ਜਾਏਗਾ, ਕੋਈ ਸਮਾਜਿਕ ਢਾਂਚਾ, ਕੋਈ ਰਾਜਨੀਤਿਕ ਢਾਂਚਾ ਜਦੋਂ ਉਸ ਲੈਵਲ ਦਾ ਨਹੀਂ ਰਹੇਗਾ ਜਿਹਦਾ ਹੋਣਾ ਚਾਹੀਦਾ ਹੈ, ਸਰੀਰ ਦੇ ਪ੍ਰਤੀ ਅਸੀਂ ਜ਼ਿੰਮੇਵਾਰ ਨਾ ਰਹੀਏ, ਸਰੀਰ ਦੇ ਪ੍ਰਤੀ ਜ਼ਿੰਮੇਵਾਰ ਨਾ ਰਹੀਏ, ਖਾਣਾ ਪੀਣਾ ਅਸੀਂ ਦੇਖੀਏ ਨਾ ਕੀ ਖਾਣਾ ਹੈ ਕੀ ਪੀਣਾ ਹੈ, ਜੋ ਆਇਆ ਖਾਈ ਗਏ, ਜਿੱਦਾਂ ਜੀ ਕੀਤਾ ਉੱਠਦੇ ਬੈਠਦੇ, ਫਿਰ ਕੀ ਹੋਏਗਾ? ਸਰੀਰ 'ਚ ਤਾਂ ਰੋਗ ਆਉਣੇ ਹੀ ਨੇ। ਉਹ ਰੋਗ ਹੁਣ ਪਰਮਾਤਮਾ ਦੇ ਲਗਾਏ ਨਹੀਂ, ਪਰਮਾਤਮਾ ਦਾ ਇੱਕ ਨਿਯਮ ਹੈ, ਜੇ ਤੁਸੀਂ ਸਰੀਰ ਨੂੰ ਸੰਭਾਲੋਗੇ ਤੇ ਰੋਗ ਨਹੀਂ ਆਉਣਗੇ। ਹੁਣ ਉਹ ਸਰੀਰ ਜਿਹੜਾ ਉਹ ਤੇ ਰੋਗੀ ਹੋਣਾ ਹੀ ਹੈ, ਤੇ ਆਪਾਂ ਕਹਾਂਗੇ ਉਹ ਤੇ ਰੱਬ ਦੀ ਰਜ਼ਾ 'ਚ ਨੇ। ਰਜ਼ਾ ਇਹ ਹੈ ਕਿ ਇੱਕ ਨਿਯਮ ਹੈ, ਰਜ਼ਾ ਦਾ ਅਰਥ ਨਿਯਮ, ਰਜ਼ਾ ਦਾ ਅਰਥ ਹੈ ਕਾਨੂੰਨ। ਜਿਵੇਂ ਸਾਡਾ ਸਰੀਰ ਹੈ, ਸਾਡਾ ਸਮਾਜ, ਸਾਡੇ ਮੁਲਕ ਵੀ ਐਵੇਂ ਨੇ। ਜਦੋਂ ਮੁਲਕਾਂ ਨੂੰ ਚਲਾਉਣ ਵਾਲੇ ਗੈਰ ਜ਼ਿੰਮੇਵਾਰ ਹੋ ਜਾਂਦੇ ਨੇ, ਉਦੋਂ ਕੀ ਹੁੰਦਾ ਹੈ? ਫਿਰ ਬਾਹਰੀ ਤਾਕਤਾਂ ਜਿਹੜੀਆਂ ਵਿਰੋਧੀ ਤਾਕਤਾਂ ਉਹ ਭਾਰੂ ਹੋ ਜਾਂਦੀਆਂ ਨੇ, ਉਹਨਾਂ ਨੇ ਤੇ ਆਪਣੀ ਮਰਜ਼ੀ ਵਰਤਣੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਇਸ ਮੁਲਕ ਦੇ ਲੋਕ ਜਿਹੜੇ ਨੇ, ਉਸ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਦੇ ਰਾਜਿਆਂ ਦਾ ਹਾਲ ਵੀ ਦੱਸਿਆ, ਲੋਕਾਂ ਦਾ ਹਾਲ ਵੀ ਦੱਸਿਆ ਕਿ ਲੋਕ ਕਿਹੋ ਜਿਹੇ ਸਨ। ਲੋਕ ਤੇ ਆਪਣੀ ਬੋਲੀ ਭੁੱਲ ਚੁੱਕੇ ਸਨ। ਫਿਰ ਜਦੋਂ ਇਹ ਕੁਝ ਮਨੁੱਖ ਕਰਦਾ ਹੈ ਨਾ, ਉਦੋਂ ਕੀ? ਆਪੇ ਦੋਸ਼ ਨ ਦੇਹੀ ਕਰਤਾ ਜਮ ਕਰ ਮੁਗਲ ਚੜਾਇਆ। ਉਹਨਾਂ ਲੋਕਾਂ ਨੂੰ ਸੁਧਾਰਨ ਦੇ ਲਈ ਪਰਮਾਤਮਾ ਕੋ ਆਪ ਨਹੀਂ ਆਉਂਦਾ, ਉਹ ਤੇ ਫਿਰ ਜਮ ਕਰ ਮੁਗਲ ਚੜਾਇਆ, ਮੁਗਲਾਂ ਨੂੰ ਜਮ ਬਣਾ ਕੇ ਭੇਜ ਦਿੱਤਾ, ਨਾ ਮੁਗਲਾਂ ਦਾ ਲੱਗ ਗਿਆ। ਹੈ ਇਹ ਰੱਬ ਦੀ ਰਜ਼ਾ ਹੀ ਹੈ। ਜ਼ਿੰਦਗੀ ਦੇ ਅੰਦਰ ਜਿੰਨੇ ਤੁਸੀਂ ਸੁਚੇਤ ਰਹੋਗੇ, ਅਵੇਰ ਰਹੋਗੇ, ਉਹਨਾਂ ਵਿਰੋਧੀ ਤਾਕਤਾਂ ਦੇ ਉੱਪਰ ਜੇਤੂ ਰਹੋਗੇ। ਜਿੰਨਾ ਅਸੀਂ ਲਾਪਰਵਾਹ ਹੋਵਾਂਗੇ, ਉਹਨਾਂ ਵਿਰੋਧੀ ਤਾਕਤਾਂ ਸਾਡੇ ਤੇ ਭਾਰੂ ਹੋਣਗੀਆਂ, ਭਾਵੇਂ ਸਰੀਰ ਦੀਆਂ ਨੇ, ਭਾਵੇਂ ਸਮਾਜ ਦੀਆਂ ਨੇ, ਭਾਵੇਂ ਮੁਲਕ ਦੀਆਂ ਨੇ। ਸਤਿਗੁਰੂ ਜੀ ਕਹਿੰਦੇ ਕਿ ਇਹ ਸਾਰੇ ਜੀਵ ਪਰਮਾਤਮਾ ਦੇ ਨੇ, ਤੇ ਪਰਮਾਤਮਾ ਹੀ ਇਹਨਾਂ ਨੂੰ ਦੁੱਖਾਂ ਤੋਂ ਬਚਾਉਂਦਾ ਹੈ। ਪਰਮਾਤਮਾ ਇੰਨਾ ਮਹਾਨ ਹੈ ਕਿ ਛੁੱਟ ਹੈ ਸੰਗਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰੇ। ਸੰਘਾਰ, ਸੰਘਾਰ ਦਾ ਅਰਥ ਹੁੰਦਾ ਲੋਕਾਂ ਨੂੰ ਮਾਰਨਾ। ਵੱਡੇ ਵੱਡੇ ਲੋਕਾਂ ਨੂੰ ਮਾਰਨ ਵਾਲੇ ਜਿਹੜੇ ਲੋਕ ਨੇ, ਲੋਕਾਂ ਤੇ ਜ਼ੁਲਮ ਕਰਨ ਵਾਲੇ ਜਿਹੜੇ ਲੋਕ ਨੇ, ਜੇ ਪ੍ਰਮਾਤਮਾ ਮਿਹਰ ਕਰੇ ਨਾ, ਇੱਕ ਨਿਮਖ ਦੇ ਅੰਦਰ ਉਹ ਲੋਕਾਂ ਤੇ ਜ਼ੁਲਮ ਕਰਨ ਵਾਲੇ ਲੋਕ ਜਿਹੜੇ ਨੇ, ਉਹ ਜ਼ੁਲਮ ਕਰਨ ਵਾਲੇ ਸੁਭਾਅ ਤੋਂ ਮੁਕਤ ਹੋ ਜਾਂਦੇ ਨੇ। ਇੱਕ ਨਿਮਖ ਦੇ ਅੰਦਰ ਜੇ ਉਹਦੀ ਮਿਹਰ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ, ਜੇ ਉਹ ਚਾਹੇ। ਜਿੰਨਾ ਚਿਰ ਉਹ ਨਹੀਂ ਚਾਹੁੰਦਾ ਉਹਨਾਂ ਚਿਰ ਜ਼ੁਲਮ ਕਰਦੇ ਰਹਿੰਦੇ ਨੇ। ਇਹਦੀਆਂ ਬੜੀਆਂ ਸੋਹਣੀਆਂ ਉਦਾਹਰਨਾਂ ਨੇ ਸਾਡੇ ਇਤਿਹਾਸ ਵਿੱਚ, ਜਿਹਨੂੰ ਅਸੀਂ ਸੱਜਣ ਠੱਗ ਕਹਿੰਦੇ ਹਾਂ। ਹੁਣ ਉਹਦੇ ਜ਼ੁਲਮ ਕੋ ਘੱਟ ਸਨ। ਬਾਹਰੋਂ ਧਰਮਸਾਲ ਬਣਾਈ ਹੈ, ਮੰਦਰ ਬਣਾਏ ਹੈ, ਸਰਾਂ ਬਣਾਈ ਹੈ, ਲੰਗਰ ਚੱਲਦੇ ਨੇ, ਲੇਕਿਨ ਜਦੋਂ ਕੋ ਆਉਂਦਾ ਉਹਨੂੰ ਰੋਟੀ ਪਾਣੀ ਚੰਗਾ ਖਵਾਉਣਾ, ਆਓ ਭਗਤ ਕਰਨੀ, ਰਾਤ ਨੂੰ ਮਾਰ ਕੇ ਖੂਹ ਸੁੱਟ ਦੇਣਾ, ਉਹਨੂੰ ਲੁੱਟ ਲੈਣਾ। ਇੱਕ ਰਾਏ ਜਾਂਦੇ ਮਾਰਨ ਵਾਲਾ ਖਤਰਨਾਕ ਹੈ, ਪਰ ਇਹ ਤੇ ਉਹਨੂੰ ਜ਼ਿਆਦਾ ਖਤਰਨਾਕ ਹੈ ਬੰਦਾ ਜਿਹੜਾ ਬਾਹਰੋਂ ਰੋਟੀ ਪਾਣੀ ਵੀ ਖਵਾਏ, ਬਾਹਰੋਂ ਧਰਮ ਦਾ ਅਡੰਬਰ ਵੀ ਕਰੇ। ਇੱਕ ਹੁੰਦਾ ਹੈ ਕਿ ਸਾਹਮਣੇ ਸੱਪ ਆ ਰਿਹਾ ਹੈ ਖਤਰਨਾਕ, ਸਾਨੂੰ ਪਤਾ ਹੈ ਸੱਪ ਹੈ, ਅਸੀਂ ਦੌੜ ਭੱਜ ਕਰ ਲਵਾਂਗੇ, ਪਰ ਇੱਕ ਹੁੰਦੀ ਗੁੜ 'ਚ ਦਿੱਤੀ ਹੋਈ ਜ਼ਹਿਰ, ਜਿਹਦਾ ਪਤਾ ਹੀ ਨਹੀਂ ਲੱਗਦਾ। ਅਜਿਹੇ ਲੋਕ ਸਮਾਜ ਵਿੱਚ ਗੁੜ 'ਚ ਦਿੱਤੀ ਹੋਈ ਜ਼ਹਿਰ ਵਾਂਗੂ ਨੇ, ਜਿਹੜੇ ਸਮਾਜ ਲਈ ਬੜੇ ਘਾਤਕ ਨੇ, ਸਮਾਜ ਨੂੰ ਖਤਮ ਕਰੀ ਜਾ ਰਹੇ ਨੇ। ਉਹ ਵਿਅਕਤੀ ਸੇਖ ਸੱਜਣ ਜਿਹਨੂੰ ਕਹਿੰਦੇ ਇਹੋ ਜਿਹਾ ਸੀ। ਆਏਗੇ ਦੀ ਆਓ ਭਗਤ ਕਰਨੀ, ਅਗਲੇ ਨੂੰ ਐਂ ਚੰਗੀ ਤਰ੍ਹਾਂ ਮੋਹ ਲੈਣਾ, ਰਾਤ ਨੂੰ ਲੁੱਟ ਕੇ ਉਹਨੂੰ ਮਾਰ ਕੇ ਖੂਹ ਸੁੱਟ ਦੇਣਾ। ਤੇ ਜਦੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ, ਇੱਕ ਛਿਨ ਦੇ ਅੰਦਰ ਹੀ ਬਦਲ ਗਿਆ। ਗੁਰੂ ਨਾਨਕ ਸਾਹਿਬ ਜੀ ਆਏ, ਸਤਿਗੁਰੂ ਜੀ ਨੇ ਉਹਦੀ ਕਰਨੀ ਦੇਖ ਕੇ ਗੁਰੂ ਬਾਣੀ ਦਾ ਇੱਕ ਸ਼ਬਦ ਗਾਇਨ ਕੀਤਾ, ਜਿਹਦੇ ਰਾਹੀਂ ਉਹਨੂੰ ਆਪਣੇ ਇਹਨਾਂ ਪਾਪਾਂ ਦਾ ਨਕਸ਼ਾ ਨਜ਼ਰ ਆ ਗਿਆ। ਇੱਕ ਛਿਨ ਦੇ ਅੰਦਰ ਉਹ ਏਡਾ ਤਗੜਾ ਕਾਤਲ ਬੰਦਾ, ਏਡਾ ਤਗੜਾ ਜ਼ੁਲਮ ਕਰਨ ਵਾਲਾ ਵਿਅਕਤੀ, ਧਰਮ ਦੇ ਨਾਂ ਤੇ ਏਡਾ ਵੱਡਾ ਅਪਰਾਧੀ, ਜਿਹਨੂੰ ਹਕੂਮਤਾਂ ਵੀ ਨਹੀਂ ਲੱਭ ਸਕਦੀਆਂ। ਹਕੂਮਤਾਂ ਤੇ ਸਗੋਂ ਪਾਲਦੀਆਂ ਨੇ ਇਹੋ ਜਿਹਿਆਂ ਨੂੰ। ਗੁਰੂ ਨਾਨਕ ਸਾਹਿਬ ਜੀ ਦੀ ਦਇਆ ਦ੍ਰਿਸ਼ਟੀ ਹੋਈ, ਇੱਕ ਛਿਨ ਦੇ ਅੰਦਰ ਉਹ ਸੰਤ ਬਣ ਗਿਆ। ਪਰਮਾਤਮਾ ਚਾਹੇ ਤੇ ਵੱਡੇ ਵੱਡੇ ਦੁਸ਼ਟ ਸੁਭਾਅ ਵਾਲਿਆਂ ਦੇ ਸੁਭਾਅ ਬਦਲ ਸਕਦਾ ਹੈ। ਹੋਰ ਬੜੀਆਂ ਉਦਾਹਰਣਾਂ ਨੇ। ਭੂਮੀਆਂ ਐਵੇਂ ਸੁਧਰ ਗਿਆ, ਕੌਡੇ ਰਾਖਸ਼ ਵਰਗੇ ਸੁਧਰ ਗਏ, ਜਿਹੜੇ ਲੋਕਾਂ ਨੂੰ ਜਿਉਂਦੇ ਹੀ ਤਲ ਕੇ ਖਾ ਜਾਂਦੇ ਸਨ, ਉਹੋ ਜਿਹੇ ਸੁਧਰ ਗਏ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜੇ ਪਰਮਾਤਮਾ ਕਿਰਪਾ ਕਰੇ, ਹੇ ਵਾਹਿਗੁਰੂ ਤੁਸੀਂ ਮਿਹਰ ਕਰੋ, ਛੁੱਟ ਹੈ ਸੰਘਾਰ ਨਿਮਖ ਕਿਰਪਾ ਤੇ
ਕੋਟ ਬ੍ਰਹਿਮੰਡ ਉਧਾਰੈ। ਵੱਡੇ ਵੱਡੇ ਲੋਕਾਂ ਨੂੰ ਖਤਮ ਕਰਨ ਵਾਲੇ, ਮਾਰਨ ਵਾਲੇ ਜਿਹੜੇ ਲੋਕ ਨੇ, ਉਹ ਤੁਹਾਡੀ ਇੱਕ ਨਿਮਖ ਭਰ ਕਿਰਪਾ ਦੇ ਨਾਲ ਇਹੋ ਜਿਹੇ ਸੁਭਾਅ ਤੋਂ ਛੁੱਟ ਜਾਂਦੇ ਨੇ, ਮੁਕਤ ਹੋ ਜਾਂਦੇ ਨੇ। ਇਹ ਵਾਹਿਗੁਰੂ ਜੀ ਤੁਸੀਂ ਇੱਕ ਮਨੁੱਖ ਦੀ ਗੱਲ ਤਾਂ ਕੀ, ਕਰੋੜਾਂ ਬ੍ਰਹਿਮੰਡਾਂ ਦਾ ਉਧਾਰ ਕਰਨ ਵਾਲੇ ਹੋ। ਭਾਵ ਬ੍ਰਹਿਮੰਡਾਂ ਦੇ ਅੰਦਰ ਜਿਹੜੇ ਕਰੋੜਾਂ ਹੀ ਜੀਵ ਨੇ, ਉਹਨਾਂ ਦਾ ਉਧਾਰ ਕਰਨ ਵਾਲੇ ਹੋ, ਉਹਨਾਂ ਦਾ ਪਾਰ ਉਤਾਰਾ ਕਰਨ ਵਾਲੇ ਹੋ। ਇਹ ਸਾਰੇ ਜੀਵ ਪ੍ਰਮਾਤਮਾ ਜੀ ਤੁਹਾਡੇ ਨੇ, ਭਾਵੇਂ ਉਹ ਚੰਗੇ ਨੇ ਭਾਵੇਂ ਮਾੜੇ ਨੇ, ਇਹ ਸਾਰੇ ਤੁਹਾਡੇ ਹੀ ਨੇ। ਰਹਾਉ ਕਰਹਿ ਅਰਦਾਸ ਬਹੁਤ ਬੇਨੰਤੀ, ਨਿਮਖ ਨਿਮਖ ਸਮਾਰਹਿ। ਇਹ ਵਾਹਿਗੁਰੂ ਜੀ ਇਹ ਜੀਵ ਬਹੁਤ ਬੇਨਤੀਆਂ ਕਰਦੇ ਨੇ ਤੁਹਾਡੇ ਅੱਗੇ, ਅਰਦਾਸਾਂ ਕਰਦੇ ਨੇ। ਦੁਨੀਆ ਦੇ ਬੇਅੰਤ ਲੋਕ ਨੇ ਜਿਹੜੇ ਨਿਤ ਉਸ ਪਰਮਾਤਮਾ ਨੂੰ ਚੇਤੇ ਕਰਦੇ ਨੇ। ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਇਹ ਹਵਾ, ਇਹ ਪੌਣ, ਇਹ ਪਾਣੀ, ਇਹ ਧਰਤੀ, ਆਕਾਸ਼, ਸੂਰਜ, ਚੰਦਰਮਾ, ਜੋ ਕੁਝ ਵੀ ਸਾਰੇ ਰੱਬ ਨੂੰ ਹੀ ਚੇਤੇ ਕਰ ਰਹੇ ਨੇ, ਰੱਬ ਨੂੰ ਹੀ ਗਾ ਰਹੇ ਨੇ। ਪਰਮਾਤਮਾ ਜੀ ਜੀਵ ਬੇਅੰਤ ਨੇ ਤੁਹਾਡੇ ਅੱਗੇ ਅਰਦਾਸਾਂ ਕਰਦੇ, ਤੇ ਤੁਸੀਂ ਆਪਣੇ ਜੀਵਾਂ ਦੀ ਨਿਮਖ ਨਿਮਖ ਸਮੇਂ ਲਈ ਸੰਭਾਲ ਕਰਦੇ ਹੋ। ਨਿਮਖ ਨਿਮਖ ਦਾ ਅਰਥ ਹੁੰਦਾ ਹੈ ਅੱਖ ਫੁਰਕਣ ਦੇ ਸਮੇਂ ਜਿੰਨੀ ਵੀ ਤੁਸੀਂ ਢਿੱਲ ਨਹੀਂ ਕਰਦੇ, ਹਮੇਸ਼ਾ ਜੀਵਾਂ ਦੀ ਸੰਭਾਲ ਕਰਦੇ, ਹਮੇਸ਼ਾ ਜੀਵਾਂ ਦੀ ਦੇਖ ਰੇਖ ਕਰਦੇ ਹੋ। ਇਹ ਸਾਰਾ ਜਗਤ ਜਿਹੜਾ ਹੈ ਨਾ, ਇਹ ਪਰਮਾਤਮਾ ਦੀ ਨਜ਼ਰ ਦੇ ਹੇਠ ਹੈ। ਪਰਮਾਤਮਾ ਖਿੰਨ ਖਿੰਨ ਜੀਵਾਂ ਦੀ ਸੰਭਾਲ ਕਰਦਾ ਹੈ, ਕਦੀ ਉਹ ਜੀਵਾਂ ਨੂੰ ਭੁਲਾਉਂਦਾ ਨਹੀਂ ਹੈ। ਇਹ ਸਾਡੀ ਆਪਣੀ ਗਿਆਨ ਦੀ ਇੱਕ ਕਹਿ ਲਓ ਸੀਮਾ ਹੈ ਜਾਂ ਪੱਧਰ ਹੈ। ਅਸੀਂ ਜਦੋਂ ਕਹਿੰਦੇ ਕਿ ਪਰਮਾਤਮਾ ਨੇ ਭੁਲਾ ਦਿੱਤਾ ਸਾਨੂੰ, ਰੱਬ ਸਾਨੂੰ ਵਿਸਰ ਹੀ ਗਿਆ, ਪਤਾ ਨਹੀਂ ਕਿੱਧਰ ਲੁਕ ਗਿਆ ਰੱਬ ਸਾਡਾ। ਪਰ ਸਤਿਗੁਰੂ ਜੀ ਦੇ ਬਚਨ ਪੜ੍ਹਦੇ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਰੋ ਹਮ ਬਾਰਕ ਤੁਮਰੇ ਤਾਰੇ। ਵਾਹਿਗੁਰੂ ਜੀ ਤੁਸੀਂ ਨਿਮਖ ਨਿਮਖ ਸਮੇਂ ਲਈ ਜੀਵਾਂ ਦੀ ਪ੍ਰਤਪਾਲਨਾ ਕਰਦੇ ਹੋ, ਕਦੀ ਜੀਵਾਂ ਨੂੰ ਭੁਲਾਉਂਦੇ ਨਹੀਂ। ਸਾਹਿਬ ਜੀ ਕਹਿੰਦੇ ਨੇ ਅਸੀਂ ਤੇ ਵਾਹਿਗੁਰੂ ਜੀ ਦੇ ਬੱਚੇ ਹਾਂ, ਸਾਰੇ ਉਹਦੇ ਹੁਕਮ ਵਿੱਚ ਹਾਂ। ਹੋ ਕਿਰਪਾਲ ਦੀਨ ਦੁਖ ਭੰਜਨ, ਹਾਥ ਦੇਹ ਨਿਸਤਾਰੇ। ਹੇ ਦੀਨਾਂ ਦੇ ਦੁੱਖਾਂ ਨੂੰ ਕੱਟਣ ਵਾਲੇ, ਦੀਨ ਦਾ ਅਰਥ ਹੁੰਦਾ ਦੁਖੀ। ਹੇ ਦੁਖੀਆਂ ਦੇ ਦੁੱਖਾਂ ਨੂੰ ਕੱਟਣ ਵਾਲੇ ਪਰਮ ਪਿਤਾ ਵਾਹਿਗੁਰੂ ਜੀ, ਉਹ ਦੁੱਖ ਭੰਜਨ, ਦੁੱਖਾਂ ਨੂੰ ਕੱਟਣ ਵਾਲੇ ਵਾਹਿਗੁਰੂ ਜੀ, ਕਿਰਪਾਲੂ ਵਾਹਿਗੁਰੂ ਜੀ, ਤੁਸੀਂ ਦਇਆ ਦੇ ਘਰ 'ਚ ਆਓ। ਹੱਥ ਦੇ ਕੇ ਤੁਸੀਂ ਜੀਵਾਂ ਨੂੰ ਤਾਰਦੇ ਹੋ, ਤੇ ਜਦੋਂ ਰਹਿਮਤ ਕਰਦੇ ਹੋ ਜੀਵਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਇਹ ਸਾਰੇ ਜੀਵ ਤੁਹਾਡੇ ਬਣਾਏ ਹੋਏ ਨੇ। ਕਿਆ ਇਹ ਭੂਪਤ ਬਪਰੇ ਕਹੀਐ, ਕਹੋ ਇਹ ਕਿਸਨੋਂ ਮਾਰੇ। ਭੂਪਤ ਮੇਣਾ ਰਾਜੇ, ਬਪਰੇ ਦਾ ਅਰਥ ਹੁੰਦਾ ਵਿਚਾਰੇ ਜੇ, ਗਰੀਬ ਜੇ। ਹਾਂ ਵਿਚਾਰੇ ਰਾਜੇ ਕੀ ਚੀਜ਼ ਨੇ, ਇਹ ਕਿਸੇ ਨੂੰ ਕੀ ਮਾਰ ਸਕਦੇ ਨੇ। ਇਹ ਤੇ ਇੱਕ ਭਰਮ ਹੈ ਲੋਕਾਂ ਦੇ ਮਨਾਂ 'ਚ, ਕੋ ਰਾਜਾ ਬੜਾ ਤਾਕਤਵਰ ਹੈ, ਰਾਜਾ ਖਤਮ ਕਰ ਦੇਵੇਗਾ, ਫਲਾਣਾ ਬੜਾ ਤਾਕਤਵਰ ਹੈ। ਦਰਅਸਲ ਜਿਹਨੂੰ ਰੱਬੀ ਕਾਨੂੰਨ ਦਾ ਪਤਾ ਨਹੀਂ ਨਾ, ਉਹ ਇਹ ਸੋਚਦਾ ਹੈ ਕਿ ਬੜਾ ਤਾਕਤਵਰ ਹੈ, ਰਾਜਾ ਕਿਸੇ ਨੂੰ ਮਾਰ ਦੇਵੇਗਾ। ਪਰ ਸਤਿਗੁਰੂ ਜੀ ਕਹਿੰਦੇ ਕਿਆ ਇਹ ਭੂਪਤ ਬਪਰੇ ਕਹੀਏ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਸੁਲਤਾਨ ਖਾਨ ਕਰੇ ਖਿਨ ਕੀਰੇ, ਖਿਨ ਮੀਰੇ। ਉਹ ਪਰਮਾਤਮਾ ਨੇ ਇਹ ਸਾਰੇ ਜਿਹੜੇ ਸ਼ਾਹ ਸੁਲਤਾਨ ਬਾਦਸ਼ਾਹ ਉਹਦੇ ਬਣਾਏ ਹੋਏ ਨੇ, ਉਹਦੇ ਹੁਕਮ 'ਚ ਨੇ। ਕੋਈ ਆਪ ਹੁਦਰਾ ਨਹੀਂ ਚੱਲ ਸਕਦਾ। ਸਾਨੂੰ ਲੱਗਦਾ ਕਿ ਕੋਈ ਆਪ ਹੁਦਰਾ ਚੱਲ ਰਿਹਾ ਹੈ, ਪਰ ਇਹ ਉਹਦੇ ਹੁਕਮ 'ਚ ਨੇ। ਜਦੋਂ ਵੀ ਕਿਸੇ ਮੁਲਕ ਦੇ ਅੰਦਰ ਕੋਈ ਰਾਜ ਪ੍ਰਬੰਧ ਡਿੱਗਣ ਲੱਗਦਾ ਹੈ ਜਾਂ ਇਹੋ ਜਿਹੇ ਰਾਜੇ ਕਾਬਜ਼ ਹੋ ਜਾਂਦੇ ਨੇ, ਤੇ ਉਹਦੇ 'ਚ ਇਕੱਲਾ ਕੋਈ ਰਾਜਾ ਹੀ ਦੋਸ਼ੀ ਨਹੀਂ ਹੁੰਦਾ। ਜੇ ਕਹੀਏ ਕਿ ਰਾਜਾ ਹੀ ਦੋਸ਼ੀ ਹੈ, ਜ਼ੁਲਮ ਕਰਦਾ ਹੈ, ਉਹ 'ਚ ਪ੍ਰਜਾ ਵੀ ਉਨੀ ਦੋਸ਼ੀ ਹੁੰਦੀ ਹੈ। ਮੁਲਕ ਕੋ ਇਕੱਲੇ ਇੱਕ ਰਾਜੇ ਦਾ ਨਹੀਂ ਹੁੰਦਾ। ਰਾਜਾ ਤਾਂ ਲੋਕਾਂ ਦਾ ਇੱਕ ਨੁਮਾਇੰਦਾ ਚੁਣਿਆ ਜਾਂਦਾ ਹੈ, ਮੁਲਕ ਕੋ ਇਕੱਲਾ ਉਹਦਾ ਨਹੀਂ ਹੈ। ਇੱਥੇ ਆ ਕੇ ਇੱਕ ਬਹੁਤ ਵੱਡੀ ਅਗਿਆਨਤਾ ਹੁੰਦੀ ਜਦੋਂ ਅਸੀਂ ਸੋਚਦੇ ਕਿ ਇਹਦਾ ਹੀ ਮੁਲਕ ਹੈ ਜੋ ਮਰਜ਼ੀ ਕਰੇਗਾ। ਇਹ ਧਰਤੀ ਕਿਸੇ ਇੱਕ ਮਨੁੱਖ ਦੀ ਨਹੀਂ ਹੈ। ਇਹ ਮੁਲਕ ਜਿਹੜਾ ਹੈ ਕਿਸੇ ਇੱਕ ਮਨੁੱਖ ਦਾ ਨਹੀਂ ਹੈ ਜਾਂ ਕੁਝ ਲੋਕਾਂ ਦਾ ਨਹੀਂ ਹੈ ਕਿ ਜਿਨ੍ਹਾਂ ਕੋਲ ਤਾਕਤ ਆ ਗਈ ਜੋ ਮਰਜ਼ੀ ਕਰੀ ਜਾਣਗੇ। ਮਨੁੱਖ ਜਦੋਂ ਆਪਣੇ ਫਰਜ਼ ਨੂੰ ਭੁੱਲ ਜਾਂਦਾ ਹੈ, ਦੇਖੋ ਨਾ, ਕੁਝ ਰਾਜੇ ਦੇ ਫਰਜ਼ ਨੇ, ਕੁਝ ਪ੍ਰਜਾ ਦੇ ਫਰਜ਼ ਨੇ। ਜਦੋਂ ਪ੍ਰਜਾ ਆਪਣੇ ਫਰਜ਼ ਹੀ ਭੁੱਲ ਜਾਂਦੀ ਹੈ, ਹੁਣ ਅਸੀਂ ਆਪਣੇ ਮੁਲਕ ਦੀ ਗੱਲ ਕਰ ਲਈਏ ਕਿ ਪ੍ਰਜਾ ਨੂੰ ਪਤਾ ਹੀ ਨਹੀਂ ਕਿ ਰਾਜਾ ਚੁਣਨਾ ਕਿਵੇਂ ਹੈ।
ਵੋਟਾਂ ਦੇ ਦਿਨ ਆਉਣ ਵਾਲੇ ਨੇ, ਤੁਸੀਂ ਦੇਖ ਲਿਓ ਲੰਬੜਦਾਰ ਕਿਵੇਂ ਪੁੱਛਾਂ ਚੁੱਕੀ ਫਿਰਨਗੇ ਉਹਨਾਂ ਚੌਧਰੀਆਂ ਦੇ ਮਗਰ ਮਗਰ, ਜਿਨ੍ਹਾਂ ਨੇ ਆਪਣੇ ਕੋ ਸਵਾਰਥ ਕੱਢਣੇ ਨੇ। ਉਹਨਾਂ ਕੋਲ ਮੁਲਕ ਦਾ ਪਿਆਰ ਥੋੜ੍ਹਾ, ਉਹਨਾਂ ਨੂੰ ਤਾਂ ਆਪਣੇ ਸਵਾਰਥ ਨਾਲ ਪਿਆਰ ਹੁੰਦਾ ਹੈ। ਤੇ ਅਸੀਂ ਫਿਰ ਉਹਨਾਂ ਚੌਧਰੀਆਂ ਦੇ ਮਗਰ ਮਗਰ ਉਤਰੇ ਫਿਰਦੇ ਕਿ ਚਲੋ ਕਿਤੇ ਕੰਮਕਾਰ ਹੀ ਕੱਢਾਂਗੇ ਆਪਾਂ। ਆਪਣੇ ਸਵਾਰਥ ਦੀ ਖਾਤਰ ਅਸੀਂ ਆਪਣੇ ਅਸਲੀ ਹਿੱਤਾਂ ਨੂੰ ਭੁੱਲ ਜਾਂਦੇ ਹਾਂ। ਸਿਰਫ ਆਪਣੇ ਤੁੱਛ ਜਿਹੇ ਸਵਾਰਥ ਦੀ ਖਾਤਰ ਅਸੀਂ ਫਿਰ ਕੇਵਲ ਤਾਂ ਕੇਵਲ ਦੁਨਿਆਵੀ ਚੌਧਰੀਆਂ ਨੂੰ ਆਪਣੇ ਰਿਜ਼ਕ ਦਾਤੇ ਸਮਝ ਬੈਠਦੇ ਹਾਂ। ਬਸ ਗੱਲ ਉਦੋਂ ਖਰਾਬ ਹੁੰਦੀ ਹੈ ਜਿੱਥੇ ਬਾਬਾ ਨਾਨਕ ਜੀ ਨੇ ਕਿਹਾ ਨੇ ਕਿ ਆਪੇ ਦੋਸਨ ਦੇਹੀ ਕਰਤਾ ਜਮ ਕਰ ਮੁਗਲ ਚੜਾਇਆ। ਉੱਥੇ ਸਤਿਗੁਰੂ ਜੀ ਨੇ ਉਸ ਵੇਲੇ ਦੇ ਰਾਜਿਆਂ ਦੀ ਗੱਲ ਵੀ ਦੱਸੀ ਹੈ, ਉਸ ਵੇਲੇ ਦੀ ਪ੍ਰਜਾ ਦੀ ਗੱਲ ਵੀ ਦੱਸੀ ਹੈ, ਲੋਕਾਂ ਦੀ ਗੱਲ ਵੀ ਦੱਸੀ ਕਿ ਦੁਨੀਆ ਕਿਹੋ ਜਿਹੀ ਬਣ ਚੁੱਕੀ ਸੀ। ਦੁਨੀਆ ਆਪਣੀ ਜ਼ਿੰਦਗੀ ਦੇ ਅਸਲੀ ਫਰਜ਼ ਨੂੰ ਕਿਵੇਂ ਭੁੱਲ ਚੁੱਕੀ ਸੀ। ਜਦੋਂ ਕੋਈ ਮਨੁੱਖ ਆਪਣੇ ਫਰਜ਼ ਨੂੰ, ਦੇਖੋ ਇੱਕ ਇਕੱਲਾ ਬੰਦਾ ਆਪਣੇ ਫਰਜ਼ ਨੂੰ ਪਹਿਚਾਣ ਲਏ ਨਾ ਕਿ ਮੇਰਾ ਮੁਲਕ ਪ੍ਰਤੀ, ਮੇਰਾ ਸਮਾਜ ਪ੍ਰਤੀ, ਮੇਰਾ ਆਪਣੇ ਪ੍ਰਤੀ ਇਹ ਫਰਜ਼ ਹੈ, ਫਿਰ ਦੁਨੀਆ 'ਚ ਜਾਗਰਤੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਲੋਕ ਹੀ ਆਪਣੇ ਫਰਜ਼ ਨੂੰ ਭੁੱਲ ਜਾਣ ਤੇ ਇਹੋ ਜਿਹੇ ਰਾਜੇ ਦੇ ਇੱਕ ਬਹਾਨਾ ਹੀ ਹੁੰਦੇ ਨੇ ਲੋਕਾਂ ਨੂੰ ਸਜ਼ਾ ਦੇਣ ਲਈ। ਇਹ ਸਜ਼ਾ ਤੇ ਰੱਬ ਹੀ ਦਿੰਦਾ ਹੁੰਦਾ ਹੈ, ਇਹ ਸਜ਼ਾ ਕੋਈ ਰਾਜਾ ਨਹੀਂ ਦਿੰਦਾ। ਸਤਿਗੁਰੂ ਜੀ ਨੇ ਕਿਹਾ ਕਿ ਆਪੇ ਦੋਸ਼ ਨਾ ਦੇਈ ਕਰਤਾ, ਰੱਬ ਆਪਣੇ ਤੇ ਦੋਸ਼ ਨਹੀਂ ਲੈਂਦਾ। ਬਾਬਰ ਨੂੰ ਉਹ ਜੰਮ ਬਣਾ ਕੇ ਭੇਜ ਦਿੱਤਾ। ਜਦੋਂ ਲੋਕ ਗੈਰ ਜ਼ਿੰਮੇਵਾਰ ਹੁੰਦੇ ਨੇ, ਲੋਕ ਆਪਣੇ ਫਰਜ਼ ਨਾਲੋਂ ਭੁੱਲ ਜਾਂਦੇ ਨੇ, ਟੁੱਟ ਜਾਂਦੇ ਨੇ, ਸਵਾਰਥੀ ਹੋ ਜਾਂਦੇ ਨੇ, ਫਿਰ ਪਰਮਾਤਮਾ ਆਪਣੇ ਸਿਰ ਤੇ ਦੋਸ਼ ਨਹੀਂ ਲੈਂਦਾ ਇਹੋ ਜਿਹੇ ਕਿਸੇ ਬੇਵਕੂਫ ਰਾਜੇ ਨੂੰ ਤਖਤੇ ਬਿਠਾ ਦਿੰਦਾ ਜਿਹੜਾ ਲੋਕਾਂ ਨੂੰ ਲੁੱਟੀ ਜਾਏ, ਕੁੱਟੀ ਜਾਏ। ਇਹ ਹੈ ਰੱਬ ਦੀ ਰਜ਼ਾ 'ਚ ਹੀ ਹੈ। ਇਹ ਨਾ ਸੋਚਣਾ ਕਿ ਉਹ ਰਾਜਾ ਹੀ ਸਾਡੇ ਤੇ ਜ਼ੁਲਮ ਕਰ ਰਿਹਾ। ਉਹ ਠੀਕ ਹੈ ਕਿ ਉਹਨੂੰ ਬਦਨਾਮੀ ਦਿਵਾਉਣ ਲਈ ਉਹਦੇ ਮਾੜੇ ਕਰਮਾਂ ਸਦਕਾ ਉਹਨੂੰ ਬਿਠਾ ਦਿੱਤਾ ਹੈ, ਪਰ ਇਹ ਸਜ਼ਾ ਜਿਹੜੀ ਹੈ ਇਹ ਦੇ ਪਰਮਾਤਮਾ ਹੀ ਰਿਹਾ ਹੈ, ਇਹ ਕੋਈ ਰਾਜਾ ਨਹੀਂ ਦੇ ਰਿਹਾ। ਇਹ ਵਿਚਾਰੇ ਰਾਜੇ ਹੈ ਕੀ ਚੀਜ਼ ਨੇ? ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਾਰਿਆਂ ਰਾਜਿਆਂ ਦਾ ਰਾਜਾ ਤਾਂ ਪਰਮਾਤਮਾ ਹੈ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੀ ਵਾਜਾ। ਇਹ ਰਾਜੇ ਤਾਂ 4 ਕੁ ਦਿਨਾਂ ਦੇ ਪ੍ਰਾਹੁਣੇ ਨੇ, ਕਈ ਆਏ ਨੇ। ਅੱਜ ਜਿਸ ਦਿੱਲੀ ਦੀ ਗੱਲ ਕਰਦੇ, ਪਤਾ ਨਹੀਂ ਇੱਥੇ ਕਿੰਨੀਆਂ ਕੁ ਹਕੂਮਤਾਂ ਆਈਆਂ, ਇਹ ਕਿੰਨੇ ਕੁ ਖਾਨਦਾਨ ਇੱਥੇ ਆਏ, ਖਤਮ ਹੋ ਗਏ ਨੇ, ਚਲੇ ਗਏ ਨੇ। ਅੱਜ ਉਹਨਾਂ ਨੂੰ ਪੁੱਛਦਾ ਹੀ ਕੋਈ ਨਹੀਂ ਹੈ, ਉਹਨਾਂ ਦੀ ਮੜੀ ਤੇ ਦੀਵਾ ਜਗਾਉਣ ਵਾਲਾ ਕੋਈ ਨਹੀਂ ਹੈ। ਜਿੰਨਾ ਕੁ ਇਤਿਹਾਸ ਪੜ੍ਹਦੇ ਆਪਾਂ, ਜਿਹੜਾ ਨਹੀਂ ਪੜ੍ਹਿਆ ਉਹ ਗੱਲ ਵੱਖਰੀ, ਉਦੋਂ ਪਹਿਲਾਂ ਦਾ ਪਤਾ ਨਹੀਂ ਕੀ ਕੁਝ ਹੋਇਆ ਹੋਏਗਾ। ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ, ਜਿੰਨਾ ਥਾਵਾਂ ਤੇ ਹੁਣ ਅਸੀਂ ਬੈਠੇ ਤੇ ਪਤਾ ਨਹੀਂ ਕਿੰਨੇ ਕੁ ਆਏ ਤੇ ਚਲੇ ਗਏ ਨੇ। ਇੱਥੇ ਤੇ ਆਉਣ ਜਾਣ ਬਣਿਆ ਰਹਿਣਾ। ਇੱਥੇ ਪਰਮਾਤਮਾ ਦੀ ਇੱਕ ਰਚਨਾ ਖੇਡ ਹੈ। ਪਰਮਾਤਮਾ ਨੇ ਵੱਖਰੇ ਵੱਖਰੇ ਸਾਨੂੰ ਪਾਠ ਦਿੱਤੇ ਹੋਏ ਨੇ। ਹੁਣ ਇਹ ਹੈ ਕਿ ਅਸੀਂ ਪਾਠ ਅਦਾ ਕਿਹੋ ਜਿਹਾ ਕਰਦੇ ਹਾਂ। ਅਸੀਂ ਚੰਗਾ ਕਰਦੇ ਹਾਂ, ਮਾੜਾ ਕਰਦੇ ਹਾਂ। ਜੇ ਚੰਗਾ ਕਰਾਂਗੇ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਵਾਂਗੇ। ਰੱਬ ਨੇ ਤਾਕਤ ਦੇ ਦਿੱਤੀ ਹੈ, ਜੇ ਉਹ ਤਾਕਤ ਦੀ ਠੀਕ ਵਰਤੋਂ ਕਰਾਂਗੇ ਰੱਬ ਦੀਆਂ ਨਜ਼ਰਾਂ 'ਚ ਅਸੀਂ ਪ੍ਰਵਾਨ ਹੋ ਜਾਵਾਂਗੇ। ਜੇ ਨਹੀਂ ਕਰਾਂਗੇ ਤੇ ਆਪਾਂ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਨਹੀਂ ਹੋ ਸਕਦੇ। ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਰਾਜੇ ਕੋਈ ਖਾਸ ਚੀਜ਼ ਨਹੀਂ ਹੈ, ਇਹ ਤੇ ਰੱਬ ਦੇ ਬਣਾਏ ਹੋਏ ਨੇ। ਪਰਮਾਤਮਾ ਸਾਰਿਆਂ ਰਾਜਿਆਂ ਦਾ ਰਾਜਾ ਹੈ, ਉਹਦੇ ਹੁਕਮ ਦੇ ਅੰਦਰ ਇਹ ਰਾਜੇ ਚੱਲਦੇ ਨੇ, ਉਹਦੇ ਹੁਕਮ ਦੇ ਅੰਦਰ ਇਹ ਰਾਜ ਭਾਗ ਮਿਲੇ ਹੋਏ ਨੇ। ਤੇ ਸਤਿਗੁਰੂ ਜੀ ਕਹਿੰਦੇ ਕਿਆ ਇਹ ਭੂਪਤ ਬਪਰੇ ਕਹੀਐ, ਕਹੋ ਇਹ ਕਿਸ ਨੂੰ ਮਾਰੈ। ਤੇ ਦੱਸੋ ਇਹ ਰਾਜੇ ਮਾਰ ਕਿਹਨੂੰ ਸਕਦੇ ਨੇ ਭਲਾ? ਹੁਣ ਮਰਿਆ ਹੋਇਆਂ ਨੂੰ ਕੀ ਮਾਰਨਾ? ਮਰੇ ਹੋਏ ਨੇ ਜਿਹੜੇ, ਮਰਨਾ ਕੋਈ ਸਰੀਰ ਕਰਕੇ ਹੀ ਨਹੀਂ ਹੁੰਦਾ ਕਿ ਸਰੀਰ ਨੂੰ ਮਾਰੋ ਤੇ ਮਰਦਾ ਬੰਦਾ। ਜਿਨ੍ਹਾਂ ਦੀਆਂ ਜ਼ਮੀਰਾਂ ਪਹਿਲਾਂ ਹੀ ਮਰੀਆਂ ਨੇ ਉਹਨਾਂ ਨੂੰ ਮਾਰਨਾ ਕਿਉਂ? ਤੇ ਪਹਿਲਾਂ ਹੀ ਮਰੇ ਹੋਏ ਨੇ। ਕਿਉਂਕਿ ਜਦੋਂ ਮਨੁੱਖ ਦੇ ਅੰਦਰੋਂ ਜ਼ਮੀਰ ਹੀ ਮਰ ਜਾਏ ਨਾ, ਤੇ ਫਿਰ ਉਹਨੂੰ ਮਾਰਨਾ ਨਾ ਮਰਨਾ ਕੋਈ ਵੱਖਰੀ ਗੱਲ ਨਹੀਂ ਹੈ। ਪਰ ਜਿਨ੍ਹਾਂ ਦੀ ਜ਼ਮੀਰ ਜਿੰਦੀ ਉਹਨਾਂ ਨੂੰ ਕੋਈ ਮਾਰ ਹੀ ਨਹੀਂ ਸਕਦਾ। ਉਹਨਾਂ ਨੂੰ ਮਾਰਨ ਦਾ ਯਤਨ ਕੀਤਾ, ਕਿਸੇ ਦੇ ਸਰੀਰ ਦੇ ਮਾਰਨ ਦੇ ਨਾਲ ਕੋਈ ਨਹੀਂ ਮਰ ਜਾਂਦਾ। ਇਹ ਗੱਲ ਚੇਤੇ ਰੱਖਣਾ। ਹਕੂਮਤ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਬੜਾ ਤਸੱਦਦ ਕਰਨ ਦਾ ਯਤਨ ਕੀਤਾ, ਉਹਨਾਂ ਨੂੰ ਡਰਾਉਣ ਦਾ ਯਤਨ ਕੀਤਾ, ਉਹਨਾਂ ਨੂੰ ਝੁਕਾਉਣ ਦਾ ਯਤਨ ਕੀਤਾ, ਮਾਰਨ ਦੀ ਉਹਨਾਂ ਨੂੰ ਡਰ ਦੇਤਾ। ਕੀ ਮਾਰ ਦਿੱਤਾ ਹਕੂਮਤ ਨੇ ਉਹਨਾਂ ਨੂੰ? ਸਰੀਰ ਹੀ ਹੈ ਨਾ, ਸਰੀਰ ਚਲੀ ਜਾਣਾ ਸੀ ਆਖਰ। ਉਹ ਹੋਰ 10 ਸਾਲ ਬਾਅਦ ਚਲਿਆ ਜਾਂਦਾ, ਸਰੀਰ ਤੇ ਚਲੇ ਹੀ ਜਾਣਾ ਸੀ, ਹੋਰ ਕਿਸੇ ਤਰੀਕੇ ਨਾਲ ਚਲਿਆ ਜਾਂਦਾ। ਲੇਕਿਨ ਜਿਹੜੀ ਅੰਦਰਲੀ ਚੀਜ਼, ਜਿਹੜਾ ਕਹਿੰਦੇ ਨਾ ਕਿ ਤੇਰੀ ਜਾਨ ਲੈ ਲਵਾਂਗਾ, ਉਹ ਕੋਈ ਨਹੀਂ ਲੈ ਸਕਦਾ ਜਾਨ। ਕਿਸੇ ਦੀ ਜਾਨ ਸਾਡੀ ਆਪਣੀ ਨਹੀਂ ਹੈ, ਤੇ ਸਾਡੀ ਜਾਨ ਕੋਈ ਲੈ ਹੀ ਨਹੀਂ ਸਕਦਾ। ਸਾਡੀ ਜਾਨ ਕੋਈ ਨਹੀਂ ਲੈ ਸਕਦਾ। ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਕੋਈ।
ਉਹ ਸਰੀਰ ਅੱਜ ਵੀ ਨਹੀਂ ਰਹਿਣਾ, ਉਹ ਸਰੀਰ ਉਹ 10 ਸਾਲਾਂ ਨੂੰ ਨਹੀਂ ਰਹਿਣਾ, ਕੋਈ 100 ਸਾਲ ਦਾ ਬਿਮਾਰ ਹੋ ਕੇ ਮਰ ਜਾਏਗਾ, ਕੋਈ ਧਰਮ ਕਰਮ ਦੀ ਖਾਤਰ ਜੂਝਦਾ ਮੈਦਾਨੀ ਜੰਗ ਚੱਲਿਆ ਜਾਏਗਾ। ਹੁਣ ਚੰਗਾ ਇਹਨਾਂ ਚੋਂ ਕਿਹੜਾ? ਜਿਹੜਾ ਹਸਪਤਾਲਾਂ 'ਚ ਰੁਲਦਾ ਹੀ ਮਰਿਆ ਉਹ ਥੋੜ੍ਹਾ ਚੰਗਾ ਹੈ। ਚੰਗਾ ਤੇ ਉਹ ਜਿਹੜਾ ਸੱਚ ਦੀ ਖਾਤਰ ਸੰਘਰਸ਼ ਕਰਕੇ ਮਨੁੱਖਤਾ ਦੀ ਖਾਤਰ ਜਾਂਦਾ, ਉਹਨੂੰ ਤੇ ਦੁਨੀਆ ਮਰਨ ਹੀ ਨਹੀਂ ਦਿੰਦੀ, ਉਹਨੂੰ ਨਹੀਂ ਦੁਨੀਆ ਮਰਨ ਦਿੰਦੀ। ਹਰ ਮਨੁੱਖ ਦੇ ਅੰਦਰ ਸਦਾ ਜਿਉਂਦੇ ਰਹਿਣ ਦੀ ਚਾਹਨਾ ਹੈ, ਹੋਣੀ ਚਾਹੀਦੀ ਹੈ, ਰੱਬ ਨੇ ਰੱਖੀ ਹੈ। ਲੇਕਿਨ ਹਰ ਮਨੁੱਖ ਜਿਉਂਦਾ ਰਹਿੰਦਾ ਨਹੀਂ ਹੈ। ਹਰ ਜਿਉਣਾ ਚਾਹੁੰਦਾ ਹੈ ਕਿ ਮੈਂ ਸਦਾ ਹੀ ਜਿਉਂਦਾ ਰਵਾਂ। ਤੁਸੀਂ ਧਰਮ ਦੀ ਦੁਨੀਆ ਦੇਖ ਲਓ, ਜੋਗੀ ਕਹਿੰਦੇ ਇੱਥੇ ਧਿਆਨ ਕਰੋ, ਉਮਰ ਲੰਮੀ ਹੋ ਜਾਏਗੀ, ਇੱਦਾਂ ਮੌਤ ਨੇੜੇ ਨਹੀਂ ਆਏਗੀ, ਜੇ ਨਹੀਂ ਹੋਏਗਾ ਉਹ ਨਹੀਂ ਹੋਏਗਾ। ਮੌਤ ਨੂੰ ਨਹੀਂ ਕੋਈ ਰੋਕ ਸਕਦਾ, ਸਰੀਰਕ ਮੌਤ ਨੂੰ ਕੋਈ ਨਹੀਂ ਰੋਕ ਸਕਦਾ। ਇਹ ਤੇ ਅੱਜ ਨਹੀਂ ਤੇ ਕੱਲ ਆਉਣੀ ਹੋਣੀ, ਜਿੰਨਾ ਮਰਜ਼ੀ ਕੋ ਬਚਣ ਦਾ ਯਤਨ ਕਰ ਲੇ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਪ੍ਰਜਾ ਹੈ, ਉਹ ਤੇ ਸਾਰਿਆਂ ਦੀ ਆਉਣੀ ਹੋਣੀ ਹੈ। ਲੇਕਿਨ ਜਿੱਥੋਂ ਤੱਕ ਗੱਲ ਇਹ ਹੈ ਕਿ ਜਾਣਾ ਤੇ ਸਾਰਿਆਂ ਨਹੀਂ ਹੈ। ਕੋਈ ਆਪਣੀ ਜ਼ਿੰਦਗੀ ਦੇ ਫਰਜ਼ ਨੂੰ ਅਦਾ ਕਰਕੇ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਕੇ ਜਾਂਦੇ ਨੇ। ਇਵੇਂ ਕਹਿ ਲਓ ਕਿ ਜੋ ਪ੍ਰਮਾਤਮਾ ਨੇ ਉਹਨਾਂ ਨੂੰ ਇਸ ਧਰਤੀ ਤੇ ਭੇਜਿਆ ਉਹ ਵਧੀਆ ਰੋਲ ਅਦਾ ਕਰਕੇ ਜਾਂਦੇ ਨੇ। ਹੈਗੇ ਆਪਾਂ ਸਾਰੇ ਇੱਕੋ ਜਿਹੇ ਹੀ ਹਾਂ, ਜਾਣਾ ਹੀ ਹੈ। ਜਗਤ ਮੁਸਾਫਰਖਾਨਾ ਹੈ। ਮੁਸਾਫਰਖਾਨੇ 'ਚ ਕਈ ਤਰ੍ਹਾਂ ਦੇ ਲੋਕ ਆਉਂਦੇ ਨੇ। ਕਹਿੰਦੇ ਤਰਕਾਲਾ ਨੂੰ ਸਟੇਸ਼ਨ ਤੇ ਗੱਡੀ ਰੁਕਦੀ ਹੈ, ਉਹਦੇ 'ਚੋਂ ਮੁਸਾਫਰ ਉਤਰਦੇ ਨੇ ਜਿਹੜੇ ਨੇੜੇ ਆਪਣੇ ਘਰਾਂ ਨੂੰ ਚਲੇ ਗਏ। ਕਈਆਂ ਦੇ ਘਰ ਦੂਰ ਨੇ, ਸੋਚਦੇ ਕਿੱਧਰ ਜਾਈਏ। ਕਿਸੇ ਨੇ ਦੱਸਤਾ ਨੇੜੇ ਸਰਾਂ ਬੜੀ ਸੋਹਣੀ, ਉੱਥੇ ਚਲੇ ਜਾਓ। 2-4 ਪਰਿਵਾਰ ਉੱਧਰ ਚਲੇ ਗਏ, ਸੇਵਾਦਾਰ ਨੂੰ ਮਿਲੇ, ਸੇਵਾਦਾਰ ਨੇ ਚਾਬੀਆਂ ਦੇ ਦਿੱਤੀਆਂ। ਇੱਕ ਪਰਿਵਾਰ ਅੰਦਰ ਵੜਦਾ ਹੈ, ਦਰਵਾਜ਼ਾ ਖੋਲ੍ਹਦਾ ਹੈ, ਅੰਦਰ ਵੜ ਕੇ ਉਹ ਘਰ ਵਾਲਾ ਕਹਿੰਦਾ ਕੋਈ ਮਾੜੀ ਮੋਟੀ ਸਫਾਈ ਕਰ ਲਈਏ। ਤੇ ਉਹ ਬੀਬੀ ਕਹਿੰਦੀ ਸਾਡੇ ਕਿਹੜਾ ਘਰ ਆਪਣਾ, ਆਪਾਂ ਰਾਤ ਹੀ ਕੱਟਣੀ, ਇੱਥੇ ਕਿਹੜਾ ਬੈਠੇ ਰਹਿਣਾ, ਇਹ ਕੋ ਆਪਣਾ ਘਰ ਹੈ। ਰਾਤ ਨੂੰ ਪੈਂਦੇ ਨੇ, ਦਿਲ ਇੱਧਰ ਖਿਲਾਰ ਜਾਂਦੇ ਨੇ, ਜੋ ਖਾਂਦੇ ਪੀਂਦੇ ਉੱਥੇ ਖਿਲਾਰਾ ਪਾ ਕੇ ਉੱਦਾਂ ਹੀ ਉੱਠ ਕੇ ਚਲੇ ਜਾਂਦੇ ਨੇ। ਇੱਕ ਪਰਿਵਾਰ ਨੇੜੇ ਵੀ ਠਹਿਰਿਆ ਹੋਇਆ। ਅੰਦਰ ਵੜਦੇ ਹੀ ਘਰ ਵਾਲੇ ਦੇ ਮੂੰਹ ਤੋਂ ਇੱਕ ਗੱਲ ਨਿਕਲੀ ਕਿ ਰੱਬਾ ਕਿੰਨੇ ਕਿੰਨੇ ਚੰਗੇ ਲੋਕ ਜਿਨ੍ਹਾਂ ਨੇ ਲੋਕਾਂ ਦੇ ਸੁੱਖਾਂ ਲਈ ਇੰਨੀਆਂ ਸੋਹਣੀਆਂ ਸਰਾਵਾਂ ਬਣਾਈਆਂ ਨੇ, ਕਿੰਨੀਆਂ ਸੋਹਣੀਆਂ ਸਹੂਲਤਾਂ ਦਿੱਤੀਆਂ ਨੇ। ਤੇ ਘਰ ਵਾਲੀ ਕਹਿਣਗੇ ਚਲੋ ਜਿਨ੍ਹਾਂ ਨੂੰ ਸਮਰੱਥਾ ਰੱਬ ਨੇ ਦਿੱਤੀ ਉਹਨਾਂ ਬਣਾ ਦਿੱਤੀਆਂ, ਜੇ ਸਾਡੇ ਕੋਲ ਇਹ ਸਮਰੱਥਾ ਨਹੀਂ ਤੇ ਅਸੀਂ ਜਿਸ ਕਮਰੇ ਠਹਿਰੇ ਇਹਨੂੰ ਹੀ ਸਾਫ਼ ਕਰ ਲਈਏ। ਝਾੜੂ ਚੁੱਕਿਆ, ਸਾਫ਼ ਕਰਤਾ, ਜਾਲੇ ਝਾੜੇ, ਕੋਲੋਂ 1-2-4 ਕੈਲੰਡਰ ਸੀ ਪਏ ਕੋਲ ਕਿਤੇ, ਉਹ ਵੀ ਲਗਾ ਦਿੱਤੇ ਅੰਦਰ। ਰਾਤ ਸੁੱਖ ਦੀ ਬਤੀਤ ਕੀਤੀ। ਕਈ ਦਲਿਦਰੀ ਰਾਤ ਨੂੰ ਚਾਦਰ ਵੀ ਨਹੀਂ ਝਾੜਦੇ, ਉਦੋਂ ਹੀ ਡਿੱਗ ਜਾਂਦੇ ਨੇ। ਬਿਸਤਰਾ ਝਾੜ ਕੇ ਆਰਾਮ ਕੀਤਾ, ਸਵੇਰੇ ਫਿਰ ਬਿਸਤਰੇ ਝਾੜੇ, ਥਾਂ ਸਿਰ ਤਹਿ ਲਾ ਕੇ ਰੱਖ ਦਿੱਤੇ, ਸਫਾਈ ਕਰਕੇ ਇਹ ਪਰਿਵਾਰ ਵੀ ਚਲਿਆ ਗਿਆ। ਹੁਣ ਹੈਗੇ ਤੇ ਮੁਸਾਫਰ ਨੇ, ਚਲਿਆ ਦੋਵਾਂ ਨੇ ਜਾਣਾ। ਹੁਣ ਜਦੋਂ ਪਹਿਲੇ ਦੇ ਪਰਥਾਏ ਦੇਖਦਾ ਨਾ ਉਹ ਮੁਸਾਫਰਖਾਨੇ ਦਾ ਇੰਚਾਰਜ ਕਹਿੰਦਾ ਕਿਹੋ ਜਿਹੇ ਲੋਕ ਆਉਂਦੇ, ਦਲਿਦਰੀ, ਸਰਾਂ ਦੇ ਵਿੱਚ ਰਹਿਣਾ ਵੀ ਨਹੀਂ ਹੁੰਦਾ ਇਹਨਾਂ ਨੂੰ, ਗੰਦਿਆਂ ਕਰ ਦਿੱਤਾ ਸਰਾਂ ਨੂੰ ਇਹਨਾਂ ਨੇ। ਕਿੱਦਾਂ ਆਲੇ ਦੁਆਲੇ ਖਲਾਰਾ ਪਿਆ ਹੋਇਆ, ਚਾਦਰਾਂ ਵੀ ਖਰਾਬ ਕੀਤੀਆਂ ਹੋਈਆਂ ਨੇ, ਕਿੱਦਾਂ ਦੇ ਲੋਕ ਨੇ। ਚਲੇ ਗਏ ਨੇ, ਪਰ ਇੱਕ ਲੋਕ ਉਹਦੇ ਮਨ 'ਚ ਛੱਡ ਗਏ ਇਹ ਗੱਲ ਕਿ ਦਲਿਦਰੀ ਲੋਕ ਨੇ, ਮਾੜੇ ਲੋਕ ਨੇ, ਇਹੋ ਜਿਹਿਆਂ ਦੀ ਨਹੀਂ ਲੋੜ। ਪਰ ਜਦੋਂ ਅਗਲੇ ਜਾਂਦੇ ਨੇ ਦੇਖ ਕੇ ਰੱਬਾ ਇਹੋ ਜਿਹੇ ਮੁਸਾਫਰ ਤੇ ਰੋਜ਼ ਆਉਣ, ਜਿੰਨਾ ਮੁਸਾਫਰਖਾਨੇ ਨੂੰ ਵਧੀਆ ਬਣਾ ਦਿੱਤਾ, ਕਿੰਨਾ ਸੋਹਣਾ ਸਵਾਰ ਦਿੱਤਾ ਕਮਰਾ। ਅਸੀਂ ਮੁਸਾਫਰਾਂ ਚਲੇ ਹੀ ਜਾਣੇ, ਭਾਵੇਂ ਕੋ ਵੱਡੇ ਰੁਤਬੇ ਤੇ ਭਾਵੇਂ ਛੋਟੇ ਤੇ, ਭਾਵੇਂ ਕੋ ਪੜ੍ਹਿਆ ਤੇ ਭਾਵੇਂ ਨਹੀਂ ਪੜ੍ਹਿਆ, ਭਾਵੇਂ ਕੋ ਅਮੀਰ ਹੈ ਤੇ ਭਾਵੇਂ ਗਰੀਬ ਚੱਲਿਆ ਤੇ ਸਾਰਿਆਂ ਨੇ ਜਾਣਾ। ਪਰ ਦੁਨੀਆ ਚੇਤੇ ਕਰੇਗੀ ਕਿ ਕੌਣ ਆਇਆ ਤੇ ਕਿੱਦਾਂ ਗਿਆ। ਜਿਹੜੇ ਇਸ ਧਰਤੀ ਤੇ ਕੁਝ ਕਰਕੇ ਜਾਂਦੇ ਨੇ, ਦੁਨੀਆ ਉਹਨਾਂ ਨੂੰ ਕਦੀ ਭੁਲਾਉਂਦੀ ਨਹੀਂ, ਉਹਨਾਂ ਨੂੰ ਕਦੀ ਮਰਨ ਹੀ ਨਹੀਂ ਦਿੰਦੀ, ਉਹਨਾਂ ਨੂੰ ਜਿਉਂਦੇ ਰੱਖਦੀ ਹੈ। ਗੁਰੂ ਅਰਜਨ ਦੇਵ ਜੀ ਸਦਾ ਲਈ ਜਿਉਂਦੇ ਹੋ ਗਏ। ਉਹਨਾਂ ਨੇ ਮਨੁੱਖਤਾ ਲਈ ਉਹ ਕੁਝ ਕਰ ਦਿੱਤਾ ਕਿ ਉਹ ਸਦਾ ਲਈ ਜਿਉਂਦੇ ਹੋ ਗਏ। ਕੋਈ ਉਹਨਾਂ ਨੂੰ ਖਤਮ ਨਹੀਂ ਕਰ ਸਕਦਾ ਇਸ ਧਰਤੀ ਤੋਂ। ਇਸ ਧਰਤੀ ਤੇ ਜਿੰਨਾ ਚਿਰ ਗੁਰਬਾਣੀ ਗੂੰਜਦੀ ਹੈ, ਗੁਰੂ ਅਰਜਨ ਦੇਵ ਜੀ ਉਹਨਾਂ ਚਿਰ ਜਿਉਂਦੇ ਹੀ ਨੇ। ਮਨੁੱਖ ਦਾ ਜਿਉਂਦੇ ਰਹਿਣ ਦੇ ਲਈ ਇਹ ਜ਼ਿੰਦਗੀ ਮਿਲੀ ਕਿ ਇਸ ਜ਼ਿੰਦਗੀ 'ਚ ਅਸੀਂ ਉਹ ਜੀਵਨ ਮਾਣੀਏ ਕਿ ਅਸੀਂ ਸਦਾ ਲਈ ਜਿਉਂਦੇ ਹੋ ਜਾਈਏ। ਤੇ ਰੱਬ ਨੇ ਸਾਨੂੰ ਥਾਂ ਥਾਂ ਸਿਰ ਧੰਦਿਆਂ ਤੇ ਲਾਇਆ ਹੈ, ਕਿਸੇ ਨੂੰ ਰਾਜ ਭਾਗ ਦਿੱਤੇ ਨੇ ਕਿ ਉਹ ਇਹੋ ਜਿਹਾ ਉਪਕਾਰ ਕਰਨ, ਉਹ ਸਦਾ ਲਈ ਜਿਉਂਦੇ ਹੋ ਜਾਣ। ਪਰ ਉਹ ਰਾਜ ਭਾਗ ਨੂੰ ਪ੍ਰਾਪਤ ਕਰਕੇ ਵੀ ਜਿਉਂਦੇ ਹੀ ਮਰ ਜਾਂਦੇ ਨੇ, ਉਹਨਾਂ ਦੇ ਅੰਦਰੋਂ ਮਨੁੱਖਤਾ ਖਤਮ ਹੋ ਜਾਂਦੀ ਹੈ। ਦਰਅਸਲ ਇਹ ਵੀ ਰੱਬ ਨੇ ਇੱਕ ਬਹਾਨਾ ਬਣਾਇਆ, ਆਪੇ ਦੋਸ਼ ਨਾ ਦੇਹੀ ਕਰਤੇ। ਲੋਕਾਂ ਨੂੰ, ਜਿਹੜੇ ਗੈਰ ਜ਼ਿੰਮੇਵਾਰ ਲੋਕ ਨੇ, ਉਹਨਾਂ ਨੂੰ ਸੁਧਾਰਨ ਦੇ ਲਈ ਵੀ ਰੱਬ ਨੇ ਇੱਕ ਬਹਾਨਾ ਬਣਾਇਆ ਹੁੰਦਾ। ਪਰਮਾਤਮਾ ਨੇ ਮਨੁੱਖ ਨੂੰ ਜ਼ਿੰਦਗੀ ਦਿੱਤੀ ਹੈ,
ਮਨੁੱਖ ਨੇ ਜ਼ਿੰਦਗੀ ਜਿਉਣੀ ਕਿਵੇਂ ਹੈ? ਬੜੇ ਬੜੇ ਸਤਿਪੁਰਖ ਇਸ ਧਰਤੀ ਤੇ ਆਏ, ਗੁਰੂ ਸਾਹਿਬ ਜੀ ਆਏ, ਉਹਨਾਂ ਗੁਰਬਾਣੀ ਦੀ ਦਾਤ ਦਿੱਤੀ ਸਾਨੂੰ ਸਮਝਾਉਣ ਲਈ। ਹੋਰ ਬੜੇ ਮਹਾਂਪੁਰਖ ਹਰ ਥਾਂ ਤੇ ਹਰ ਸਮਾਜ ਵਿੱਚ ਆਏ ਲੋਕਾਂ ਨੂੰ ਸਮਝਾਉਣ ਦੇ ਲਈ, ਪਰ ਦੁਨੀਆ ਸਮਝਦੀ ਨਹੀਂ ਹੈ। ਜਦੋਂ ਮਨੁੱਖ ਨਹੀਂ ਨਾ ਸਮਝਦਾ, ਫਿਰ ਕੁਦਰਤ ਸਮਝਾਉਂਦੀ ਹੈ। ਜਦੋਂ ਮਨੁੱਖ ਨਹੀਂ ਸਮਝਦਾ, ਇੱਕ ਬੜੀ ਸੋਹਣੀ ਗੱਲ ਮੇਰੇ ਇੱਕ ਮਿੱਤਰ ਨੇ ਸੁਣਾਈ ਕਿ ਜਿਹੜਾ ਬੱਚਾ ਛੋਟਾ ਹੁੰਦਾ, ਮਾਂ ਪਿਓ ਦੀ ਕੁੱਟ ਖਾ ਲੇ ਨਾ, ਉਹਨੂੰ ਫਿਰ ਸਕੂਲੋਂ ਕੁੱਟ ਨਹੀਂ ਖਾਣੀ ਪੈਂਦੀ। ਜਿਹੜਾ ਸਕੂਲ ਦੀ ਮਾਰ ਤੋਂ ਵੀ ਬਾਜੇ ਨਾ ਚਲਾਕੀਆਂ ਚਲੂਕੀਆਂ ਕਰਕੇ, ਉਹਨੂੰ ਫਿਰ ਪੁਲਿਸ ਦੀ ਮਾਰ ਪੈਂਦੀ। ਜਿਹੜਾ ਪੁਲਿਸ ਦੀਆਂ ਅੱਖਾਂ 'ਚ ਵੀ ਘੱਟਾ ਘੁੱਟਾ ਪਾਈ ਚਲਿਆ ਜਾਏ ਨਾ, ਉਹਨੂੰ ਫਿਰ ਰੱਬ ਦੀ ਮਾਰ 'ਤੇ ਪੈਂਦੀ ਹੈ। ਜਦੋਂ ਬੰਦਾ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਜਾਂ ਲੋਕਾਂ 'ਤੇ ਜ਼ੋਰ ਜ਼ੁਲਮ ਕਰਕੇ ਆਪਣੇ ਕਾਰਜ ਕੱਢਣੇ ਸ਼ੁਰੂ ਕਰਦਾ, ਫਿਰ ਰੱਬ ਦੀ ਮਾਰ ਤਾਂ ਪੈਣੀ ਹੈ। ਰੱਬ ਮਾਰਦਾ ਨਹੀਂ, ਪਰ ਕੁਦਰਤ ਦੇ ਨਿਯਮ ਤੋਂ ਕੋਈ ਬਚਤ ਨਹੀਂ ਨਾ ਸਕਦਾ। ਅਮਰੀਕਾ ਦੇ ਨਾਲ ਇੱਕ ਮੁਲਕ ਹੈ ਹੈਤੀ, ਟਾਪੂ ਹੈ। ਅੱਜ ਤੋਂ 8-9 ਸਾਲ ਪਹਿਲਾਂ ਬੜਾ ਤਗੜਾ ਉੱਥੇ ਭੂਚਾਲ ਆਇਆ, ਤੇ ਉਸ ਮੁਲਕ ਦਾ ਵਾਤਾਵਰਣ ਕੀ ਸੀ ਕਿ ਦਿਨ ਵੇਲੇ ਵੀ ਤੁਸੀਂ 4 ਪੈਸੇ ਲੈ ਕੇ ਕਿਸੇ ਬਾਜ਼ਾਰ 'ਚੋਂ ਜਾ ਨਹੀਂ ਸਕਦੇ, ਕਿਸੇ ਦੀ ਇੱਜ਼ਤ ਸੁਰੱਖਿਅਤ ਨਹੀਂ ਦਿਨ ਵੇਲੇ ਵੀ। ਇਹੋ ਜਿਹਾ ਡਿੱਗਿਆ ਹੋਇਆ ਪ੍ਰਬੰਧ ਸੀ। ਜਦੋਂ ਹਕੂਮਤਾਂ ਨਾ ਸੰਭਾਲ ਸਕੀਆਂ, ਫਿਰ ਭੁਚਾਲ ਹੀ ਐਡਾ ਵੱਡਾ ਆਇਆ ਕਿ ਰਾਸ਼ਟਰਪਤੀ ਦਾ ਜਿਹੜਾ ਘਰ ਸੀ ਨਾ, ਮਹਿਲ, ਉਹ ਵੀ ਡਿੱਗ ਪਿਆ, ਉਹ ਵੀ ਤਬਾਹ ਹੋ ਗਿਆ। ਬੜੀ ਤਬਾਹੀ ਮੱਚੀ। ਇਹ ਘਟਨਾਵਾਂ ਵਾਪਰਦੀਆਂ ਨੇ ਸਾਨੂੰ ਕੁਝ ਸਮਝਾਉਣ ਦੇ ਲਈ ਕਿ ਬੰਦਿਆ ਸਮਝ ਜਾ। ਜਦੋਂ ਮਨੁੱਖ ਨਹੀਂ ਸਮਝਦਾ, ਫਿਰ ਕੁਦਰਤ ਆਪਣੀ ਪ੍ਰਕਿਰਿਆ ਉਹ ਤੇ ਕਰਨੀ, ਆਪਣੀ ਚਾਲ ਨਾਲ ਉਹਨੇ ਚੱਲਣਾ ਹੀ ਹੈ। ਜਿਵੇਂ ਅਸੀਂ ਜਿਸ ਪਾਸੇ ਹੁਣ ਤੁਰ ਰਹੇ ਹਾਂ, ਦਰਖਤ ਵੱਢੀ ਜਾ ਰਹੇ ਹਾਂ, ਦਰਿਆ ਪੁੱਟ ਕੇ ਵਿੱਚ ਵੇਖੇ ਵੱਡੇ ਵੱਡੇ ਟਰਾਲੇ ਆ ਸਾਡੇ ਪੋਲੀਟੀਸ਼ਨਾਂ ਦੇ ਭਰੇ ਜਾਂਦੇ, ਸੜਕਾਂ ਤੋੜੀ ਜਾਂਦੇ, ਪੁਲ ਤੋੜੀ ਜਾਂਦੇ, ਨਜਾਇਜ਼ ਹੀ ਲੋਡ ਲੱਦੀ ਜਾਂਦੇ, ਪੁਲਿਸ ਵਾਲੇ ਪੈਸੇ ਲੈ ਕੇ ਜੇਬਾਂ ਭਰੀ ਜਾਂਦੇ ਨੇ, ਕਿਉਂਕਿ ਮਨਿਸਟਰਾਂ ਦੇ ਨੇ, ਉਹ ਰੋਕਦੇ ਨਹੀਂ। ਉਹ ਦਰਿਆਵਾਂ ਨੂੰ ਪੁੱਟ ਕੇ, ਪਹਾੜਾਂ ਨੂੰ ਪੁੱਟ ਕੇ ਵਿੱਚ ਹੀ ਚਲੇ ਜਾਂਦੇ ਨੇ। ਪਤਾ ਨਹੀਂ ਬੰਦੇ ਦਾ ਢਿੱਡ ਭਰੂਗਾ ਕਦੋਂ। ਪਹਾੜ ਖਾ ਕੇ ਕਿਉਂ ਨਹੀਂ ਰੱਜਦੇ ਲੋਕ? ਏਡੇ ਏਡੇ ਵੱਡੇ ਢਿੱਡ ਹੋ ਗਏ ਇਹਨਾਂ ਦੇ। ਤੇ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ? ਤਬਾਹੀ। ਉਹਦਾ ਨਤੀਜਾ ਹੈ ਤਬਾਹੀ ਹੁੰਦੀ ਹੈ, ਫਿਰ ਬੜੀ ਤਗੜੀ ਤਬਾਹੀ ਹੁੰਦੀ ਹੈ। ਔਰ ਸਾਡਾ ਸਮਾਜ ਉਸ ਤਬਾਹੀ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਜਾ ਰਿਹਾ, ਬੜੀ ਤੇਜ਼ੀ ਦੇ ਨਾਲ। ਅਸੀਂ ਜੇ ਨਾ ਸੰਭਲੇ ਤੇ ਉਹ ਤਬਾਹੀ ਕੋ ਬਹੁਤ ਹੀ ਦੂਰ ਨਹੀਂ ਹੈ। ਫਿਰ ਪ੍ਰਮਾਤਮਾ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਹੈ, ਤੇ ਪ੍ਰਮਾਤਮਾ ਇੱਕ ਬਹਾਨਾ ਹੀ ਬਣਾਉਂਦਾ ਹੈ ਲੋਕਾਂ ਨੂੰ ਸੁਧਾਰਨ ਦੇ ਲਈ। ਸਤਿਗੁਰੂ ਜੀ ਕਹਿੰਦੇ ਕਿਆ ਇਹ ਭੂਪਤ ਬਪਰੇ ਕਹੀਏ, ਇਹ ਰਾਜੇ ਵਿਚਾਰੇ ਚੀਜ਼ ਕੀ ਨੇ, ਇਹ ਕਿਸੇ ਨੂੰ ਕੀ ਮਾਰ ਸਕਦੇ ਨੇ? ਕੋਈ ਕਿਸੇ ਨੂੰ ਮਾਰ ਨਹੀਂ ਸਕਦਾ। ਗੁਰਬਾਣੀ ਦਾ ਬਚਨ ਹੈ, ਮਾਰੈ ਰੱਖੈ ਏਕੋ ਆ, ਮਾਨੋ ਕਹਿ ਕਿਛ ਨਹੀਂ ਹਾਥ। ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ। ਜਿੰਨੇ ਸਵਾਸ ਪ੍ਰਮਾਤਮਾ ਨੇ ਦਿੱਤੇ ਨੇ, ਉਹ ਤੇ ਪੂਰੇ ਕਰਨੇ ਹੀ ਨੇ। ਔਰ ਜਦੋਂ ਮੁੱਕ ਜਾਣੇ ਨੇ, ਉਦੋਂ ਜਾਣਾ ਹੀ ਜਾਣਾ, ਬਹਾਨਾ ਕੋਈ ਨਾ ਕੋਈ ਬਣਨਾ ਹੀ ਹੈ। ਕੁਝ ਰੋਗਾਂ ਨਾਲ ਚਲੇ ਜਾਣਗੇ, ਕੁਝ ਕੁਦਰਤੀ ਚਲੇ ਜਾਣਗੇ, ਕੁਝ ਇਸ ਧਰਤੀ ਤੇ ਆ ਕੇ ਆਪਣਾ ਨਾਮ ਰੋਸ਼ਨ ਕਰਕੇ ਚਲੇ ਜਾਣਗੇ, ਸਦਾ ਲਈ ਜਿਉਂਦੇ ਰਹਿਣਗੇ ਇਸ ਧਰਤੀ ਤੇ। ਜਿਹੜੇ ਆਪਣੇ ਮਨੁੱਖੀ ਅਧਿਕਾਰਾਂ ਦੀ ਖਾਤਰ, ਸਮਾਜ ਦੀ ਖਾਤਰ, ਆਪਣੇ ਮੁਲਕ ਦੀ ਖਾਤਰ, ਮਨੁੱਖਤਾ ਦੀ ਖਾਤਰ ਜਿਹੜੇ ਯਤਨ ਕਰਨਗੇ, ਉਹ ਸਦਾ ਲਈ ਜਿਉਂਦੇ ਰਹਿਣਗੇ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿਆ ਇਹ ਭੂਪਤ ਬਪਰੇ ਕਹੀਏ, ਕਹੋ ਇਹ ਕਿਸ ਨੂੰ ਮਾਰੈ। ਇਹ ਵਿਚਾਰੇ ਰਾਜੇ ਚੀਜ਼ ਹੀ ਕੀ ਨੇ, ਇਹ ਕਿਸੇ ਨੂੰ ਕੀ ਮਾਰ ਸਕਦੇ ਨੇ? ਦੇਖੋ ਨਾ, ਰਾਜਿਆਂ ਕੀ ਮਾਰਨਾ ਕਿਸੇ ਨੂੰ, ਇਹਨਾਂ ਨੂੰ ਤੇ ਮਾਰਨ ਵਾਲੇ ਉੱਪਰ ਬੈਠੇ ਨੇ। ਵੱਡੇ ਵੱਡੇ ਜਿਹੜੇ ਤਾਜਾਂ ਤਖਤਾਂ ਦੇ ਮਾਲਕ, ਉਹਨਾਂ ਦਾ ਹਸ਼ਰ ਹੁੰਦਾ ਦੇਖਿਆ ਹੀ ਆਪਾਂ। ਕਈ ਇੱਦਾਂ ਉੱਡਦੇ ਨੇ, ਉਹਨਾਂ ਦਾ ਲੱਭਦਾ ਹੀ ਕੁਝ ਨਹੀਂ ਹੈ। ਕਈਆਂ ਨੂੰ ਐਵੇਂ ਫਾਂਸੀ ਚਾੜਿਆ ਜਾਂਦਾ, ਤਖਤਿਆਂ 'ਤੇ ਟੰਗਿਆ ਜਾਂਦਾ, ਜੇਲ੍ਹਾਂ 'ਚ ਰੁਲ ਜਾਂਦੇ ਨੇ। ਇਹ ਵੱਡੇ ਵੱਡੇ ਉਹ ਲੋਕ ਜਿਹੜੇ ਕਹਿੰਦੇ ਕਿ ਅਸੀਂ ਬੜੀ ਹਕੂਮਤ ਕਰ ਸਕਦੇ, ਲੋਕਾਂ ਨੂੰ ਮਾਰ ਸਕਦੇ ਹਾਂ, ਉਹਨਾਂ ਦੇ ਹਸਰੇ ਇੱਦਾਂ ਹੁੰਦੇ ਨੇ। ਸਤਿਗੁਰੂ ਜੀ ਕਹਿੰਦੇ ਇਹਨਾਂ ਨੇ ਕਿਸੇ ਨੂੰ ਕੀ ਮਾਰਨਾ, ਇਹ ਤੇ ਆਪ ਮੌਤ ਦੇ ਅਧੀਨ ਤੁਰੇ ਫਿਰਦੇ ਨੇ। ਦੇਖੋ ਇਹਨਾਂ ਨੂੰ ਕਿੰਨਾ ਡਰ ਹੈ। ਇਹ ਹਮੇਸ਼ਾ ਡਰੇ ਰਹਿੰਦੇ ਨੇ। ਆਮ ਬੰਦੇ ਨੂੰ ਉਹਨਾਂ ਡਰ ਨਹੀਂ ਹੈ। ਇਹ ਜਿਨ੍ਹਾਂ ਨੂੰ ਅਸੀਂ ਕਹਿੰਦੇ ਰਾਜੇ ਨੇ, ਮਾਲਕ ਨੇ ਮੁਲਕ ਦੇ, ਉਹ ਤੇ ਡਰੇ ਹੋਏ ਬੜੇ ਨੇ। ਉਹ ਤੇ ਹਰ ਵੇਲੇ ਮੌਤ ਤੋਂ ਡਰਦੇ ਰਹਿੰਦੇ ਨੇ। ਮੌਤ ਤੋਂ ਬਚਣ ਦੀ ਉਹਨਾਂ ਨੇ ਕਿੰਨੇ ਵੱਡੇ ਵੱਡੇ ਸਾਧਨ ਕੀਤੇ ਹੁੰਦੇ ਨੇ, ਕਿਤੇ ਮਰੀ ਨਾ ਜਾਈਏ ਅਸੀਂ। ਲੇਕਿਨ ਜਿੱਦਣ ਮੌਤ ਆਉਣੀ ਹੈ ਨਾ, ਉਹ ਬਚ ਨਹੀਂ ਸਕਦੇ। ਗੁਰਬਾਣੀ ਦਾ ਇੱਕ ਵਚਨ ਹੈ, ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੁਰਾ ਚਤੁਰ ਦਿਸੈ। ਬੜਾ ਵੱਡਾ ਕੋਈ ਬਲਵਾਨ ਹੋਵੇ, ਬੜੇ ਯਤਨ ਉਹਨੇ ਕੀਤੇ ਹੁਣ ਆਪਣੇ ਆਪ ਨੂੰ ਬਚਾਉਣ ਲਈ। ਵੱਡੇ ਵੱਡੇ ਕਿਲੇ ਉਸਨੇ ਉੱਚੇ ਥਾਂ ਤੇ ਬਣਾਏ ਹੋਣ, ਜਿੱਥੇ ਕੋਈ ਪਹੁੰਚ ਹੀ ਨਾ ਸਕੇ। ਵੱਡੇ ਵੱਡੇ ਉਹਦੇ ਬਾਡੀਗਾਰਡ ਹੋਣ, ਵੱਡੇ ਵੱਡੇ ਸੁਰੱਖਿਆ ਦਸਤੇ ਹੋਣ, ਉਹਦੇ ਬਚਾਅ ਦੇ ਬੜੇ ਬੜੇ ਸਾਧਨ ਹੋਣ। ਗੁਰੂ ਕੀ ਬਾਣੀ ਕਹਿੰਦੀ, ਹੋਵੰਤ ਆਗਿਆ ਭਗਵਾਨ ਪੁਰਖੇ ਨਾਨਕ ਕੀ ਟੀ ਸਾਸ
ਅਕਰਖਤੇ। ਜਦੋਂ ਪ੍ਰਮਾਤਮਾ ਦਾ ਹੁਕਮ ਹੋ ਜਾਂਦਾ ਹੈ, ਇੱਕ ਨਿੱਕੀ ਜੀ ਕੀੜੀ ਵੀ ਮਨੁੱਖ ਦਾ ਸਾਹ ਖਿੱਚ ਲੈਂਦੀ ਹੈ। ਮਨੁੱਖ ਦਾ ਸਾਹ ਖਿੱਚਣ ਲਈ ਜ਼ਰੂਰੀ ਨਹੀਂ ਕਿ ਬੰਦੂਕ ਦੀ ਗੋਲੀ ਦੀ ਲੋੜ ਹੈ ਜਾਂ ਬੰਬ ਦੀ ਲੋੜ ਹੈ, ਜ਼ਰੂਰੀ ਨਹੀਂ ਹੈ। ਆ ਦੇਖਦੇ ਵਾਇਰਸ ਹੈ ਨਿੱਕੀ ਜਿਹੀ, ਦਿਸਦੀ ਨਹੀਂ ਸਾਨੂੰ ਵਾਇਰਸ। ਕੀੜੀ ਤੇ ਜੇ ਨਜ਼ਰ ਆਉਂਦੀ ਹੈ ਨਾ, ਵਾਇਰਸ ਸਾਨੂੰ ਨਜ਼ਰ ਹੀ ਨਹੀਂ ਆਉਂਦੀ, ਖਤਮ ਕਰ ਦਿੰਦੀ ਝੱਟ ਬੰਦਿਆਂ ਨੂੰ। ਜਿਹਦੇ ਤੇ ਅਸਰ ਪੈ ਗਿਆ ਝੱਟ ਖਤਮ ਹੋ ਜਾਂਦੇ ਨੇ। ਜਦੋਂ ਉਹਦਾ ਹੁਕਮ ਹੋ ਜਾਣਾ ਹੈ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕੀਟੀ ਸਾਸ ਅਕਰਖਤੇ, ਇੱਕ ਕੀੜੀ ਵੀ ਕਿਸੇ ਦਾ ਸਾਹ ਖਿੱਚ ਸਕਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿਆ ਇਹ ਭੂਪਤ ਬਪਰੇ ਕਹੀਐ ਕਹੋ ਇਹ ਕਿਸ ਨੂੰ ਮਾਰੇ। ਇਹ ਰਾਜੇ ਵਿਚਾਰੇ ਚੀਜ਼ ਕੀ ਨੇ, ਇਹ ਕਿਸੇ ਨੂੰ ਨਹੀਂ ਮਾਰ ਸਕਦੇ। ਦਰਅਸਲ ਇਹ ਤੇ ਇੱਕ ਬਹਾਨਾ ਹੀ ਹੈ। ਜੇ ਰਾਜੇ ਜ਼ੁਲਮ ਕਰਦੇ ਨੇ ਤੇ ਲੋਕੀ ਜ਼ੁਲਮ ਸਹਿਣ ਦੇ ਆਦੀ ਹੋ ਚੁੱਕੇ ਨੇ। ਦਰਅਸਲ ਲੋਕੀ ਜ਼ੁਲਮ ਸਹਿਣ ਦੇ ਆਦੀ ਹੋ ਚੁੱਕੇ ਨੇ। ਲੋਕਾਂ ਨੂੰ ਆਪਣੇ ਅਧਿਕਾਰਾਂ ਦਾ ਹੀ ਨਹੀਂ ਪਤਾ। ਜ਼ੁਲਮ ਕਦੋਂ ਅਸੀਂ ਸਹਿੰਦੇ ਹਾਂ? ਜਦੋਂ ਅਸੀਂ ਸਵਾਰਥੀ ਹੁੰਦੇ ਹਾਂ। ਦੇਖੋ ਨਾ, ਥੋੜੇ ਥੋੜੇ ਲਾਲਚ। ਪੰਛੀ ਨੇ, ਜਿਹੜਾ ਪੰਛੀ ਹੁੰਦਾ, ਪੰਛੀ ਨੂੰ ਫੜਨ ਦੀ ਇੱਕ ਜੁਗਤ ਬਣਾਈ ਸ਼ਿਕਾਰੀਆਂ ਨੇ। ਥੋੜੇ ਥੋੜੇ ਦਾਣੇ ਖਿਲਾਰਦੇ ਨੇ, ਪੰਛੀ ਦਾਣੇ ਚੁਗਣ ਦੇ ਲਾਲਚ ਪੈ ਜਾਂਦਾ। ਖਿਲਾਰਦੇ ਉਹਨਾਂ ਜਿੱਧਰ ਜਾਲ ਲਾਇਆ ਹੁੰਦਾ ਉਧਰ ਲੈ ਜਾਂਦੇ ਨੇ, ਉਧਰ ਲੈ ਜਾਂਦੇ ਨੇ। ਤੇ ਪੰਛੀ ਜਾਲ 'ਚ ਫਸ ਜਾਂਦਾ ਹੈ, ਫਿਰ ਉਹਨੂੰ ਪਿੰਜਰੇ 'ਚ ਪਾ ਲਿਆ ਜਾਂਦਾ ਹੈ। ਮਨੁੱਖ ਦਾ ਸੁਭਾਅ ਵੀ ਇਹੋ ਜਿਹਾ ਹੈ। ਤੁਹਾਨੂੰ ਬਿਜਲੀ ਫ੍ਰੀ ਦੇਵਾਂਗੇ, 2 ਕਿਲੋ ਕਣਕ ਫ੍ਰੀ ਦੇਵਾਂਗੇ, ਤੁਹਾਨੂੰ ਜੀ ਇਹ ਚੀਜ਼ ਫ੍ਰੀ ਦੇਵਾਂਗੇ, ਤੁਹਾਡਾ ਕਰਜ਼ਾ ਮਾਫ ਕਰ ਦਾਂਗੇ। ਬਸ ਇਹ ਜਾਲ 'ਚ ਹੀ ਫਸਾਇਆ ਹੋਇਆ ਸਾਡੇ ਸਮਾਜ ਨੂੰ। ਇਹ ਪੰਜਾਬ ਦੀ ਧਰਤੀ, ਜਿਹੜੀ ਗੁਰੂਆਂ ਪੀਰਾਂ ਦੀ ਧਰਤੀ, ਜਿੱਥੇ ਕਿਰਤ ਕਰਨ ਵਾਲੇ ਇਨਸਾਨ ਸਨ, ਜੇ ਕਿਸੇ ਦੀ ਟਹਿ ਨਹੀਂ ਸਨ ਮੰਨਦੇ, ਜਿਨ੍ਹਾਂ ਨੇ ਹਕੂਮਤਾਂ ਨੂੰ ਠੁਕਰਾ ਦਿੱਤਾ, ਨਵਾਬੀਆਂ ਨੂੰ ਲੱਤਾਂ ਮਾਰ ਦਿੱਤੀਆਂ। ਅਬਦਾਲੀ ਨੇ ਇੱਕ ਵਾਰੀ ਸਿੰਘਾਂ ਦੇ ਵੱਲ ਆਪਣੇ ਵੱਲੋਂ ਉਹਨੇ ਭੇਜੀ ਇੱਕ ਨਵਾਬੀ, ਰਾਜ ਗੁੱਜਰ ਸਿੰਘ ਜੀ ਭੰਗੀ ਸਨ, ਸ਼ਾਇਦ ਕਿਹੜੇ ਸਨ, ਨਾਮ ਮੈਨੂੰ ਭੁੱਲ ਗਿਆ। ਕਹਿੰਦੇ ਨੇ ਸਿੰਘਾਂ ਦੇ ਕੋਲ ਉਹਨੇ ਕੁਝ ਬਦਾਮ ਭੇਜੇ, ਕੁਝ ਕਸ਼ਮੀਰ ਦੇ ਸੇਬ ਭੇਜੇ, ਕੁਝ ਬੜੇ ਸੋਹਣੇ ਦੁਸ਼ਾਲੇ ਭੇਜੇ ਉਹਨੇ, ਨਾਲ ਇੱਕ ਨਵਾਬੀ ਦਾ ਉਹਨੇ ਪਰਵਾਨਾ ਕਿ ਤੁਸੀਂ ਇਹ ਕੁਝ ਲੈ ਲਓ ਤੇ ਆਰਾਮ ਨਾਲ ਬੈਠ ਜਾਓ। ਜਦੋਂ ਸਿੰਘਾਂ ਕੋਲ ਲੈ ਕੇ ਗਿਆ ਨਾ ਹਲਕਾਰਾ, ਇਹ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ, ਜਿਹੜੇ ਪੰਜਾਬੀ ਨੇ। ਪੰਜਾਬ 'ਚ ਜੰਮਣ ਨਾਲ ਹੀ ਕੋਈ ਪੰਜਾਬੀ ਨਹੀਂ ਬਣ ਜਾਂਦਾ, ਜੇ ਉਹਦੇ 'ਚ ਪੰਜਾਬੀਅਤ ਹੈ ਹੀ ਨਹੀਂ। ਗੁਰੂ ਦੇ ਸਿੱਖਾਂ ਦੀ ਗੱਲ ਕਰਦਾ। ਸਭ ਤੋਂ ਪਹਿਲਾਂ ਤੇ ਉਹਨਾਂ ਦਾ ਉਹ ਪਰਵਾਨਾ ਜਿਹੜੀ ਨਵਾਬੀ ਦਾ, ਉਹ ਪਾੜਿਆ, ਟੁਕੜੇ ਟੁਕੜੇ ਕਰਕੇ ਖਿਲਾਰ ਦਿੱਤਾ। ਕਹਿੰਦੇ ਸਾਨੂੰ ਤੇ ਨਵਾਬੀ ਸਾਡੇ ਗੁਰੂ ਨੇ ਦਿੱਤੀ ਹੋਈ ਹੈ। ਸਾਡੇ ਸਤਿਗੁਰੂ ਜੀ ਨੇ ਕਿਹਾ ਸੀ, ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ। ਸਾਡੇ ਸਤਿਗੁਰੂ ਜੀ ਨੇ ਸਾਨੂੰ ਹੰਨੇ ਹੰਨੇ ਰਾਜ ਦਿੱਤਾ ਹੋਇਆ, ਅਸੀਂ ਤੇ ਸਗਲ ਸ੍ਰਿਸ਼ਟ ਦੇ ਰਾਜੇ, ਤੂੰ ਕੌਣ ਨਵਾਬੀ ਦੇਣ ਵਾਲਾ ਸਾਨੂੰ? ਉਹਨੂੰ ਪਹਿਲਾਂ ਪਾੜ ਕੇ ਸੁੱਟ ਦਿੱਤਾ। ਉਦੋਂ ਬਾਅਦ ਜਿਹੜੇ ਉਹਨੇ ਭੇਜੇ ਸੀ ਨਾ ਸੇਵਕ ਕਸ਼ਮੀਰ ਦੇ, ਉਹਦੇ ਬਦਲੇ ਗੋਂਗਲੂਆਂ ਦਾ ਇੱਕ ਟੋਕਰਾ ਭਰ ਕੇ ਪੈਕ ਕਰਕੇ ਭੇਜਤਾ। ਸਲਗਮ ਜਿਹਨੂੰ ਕਹਿੰਦੇ, ਪਿੰਡਾਂ 'ਚ ਅਸੀਂ ਗੋਂਗਲੂ ਕਹਿੰਦੇ। ਜਿਹੜੇ ਬਦਾਮ ਭੇਜੇ ਉਹਦੇ ਬਦਲੇ ਭੁੱਜੇ ਛੋਲੇ ਭੇਜ ਦਿੱਤੇ। ਜਿਹੜਾ ਉਹਨੇ ਭੇਜੇ ਨਾ ਦੁਸ਼ਾਲੇ, ਉਹਦੇ ਬਦਲੇ ਉਹ ਜਿਹੜੇ ਕੰਬਲ ਭੂਰੇ ਲੈਂਦੇ ਸਨ, ਜਿਹੋ ਜਿਹੇ ਸਨ, ਉਹ ਭੇਜ ਦਿੱਤੇ। ਕਹਿੰਦੇ ਇਹ ਹੀ ਸਾਡੇ ਕੋਲ ਲੈ ਲਾ, ਤੇਰੀ ਨਵਾਬੀ ਨੂੰ ਮਾਰਦੇ ਸੀ ਠੋਕਰਾਂ। ਤੇ ਅੱਜ ਦਾ ਸਿੱਖ ਮੇਰੇ ਵਰਗੇ ਨੇ ਨੀਲੀ ਪੱਗ ਬੰਨੀ ਹੁੰਦੀ, 2 ਕਿਲੋ ਆਟਾ ਲੈਣ ਲਈ ਲਾਈਨ 'ਚ ਖੜਾ ਹੁੰਦਾ, ਜੀ ਬੜਾ ਪਰਉਪਕਾਰ ਕੀਤਾ ਗੌਰਮੈਂਟ ਨੇ, ਸਾਨੂੰ 2-2 ਕਿਲੋ ਆਟਾ ਦੇਣਾ ਸ਼ੁਰੂ ਕਰ ਦਿੱਤਾ, ਸਾਡੀ ਜੀ ਬਿਜਲੀ ਫ੍ਰੀ ਕਰ ਦਿੱਤੀ ਹੈ। ਅਸੀਂ ਤੇ ਮੰਗਤੇ ਬਣ ਕੇ ਕਹਿੰਦੇ ਆਪਣੇ ਗੁਰੂ ਕੇ ਸਿੱਖ ਹਾਂ। ਇਹ ਸਿੱਖੀ ਨਹੀਂ ਹੈ। ਸਿੱਖ ਨੂੰ ਤੇ ਨਵਾਬੀਆਂ ਮਿਲ ਜਾਣ, ਸਿੱਖ ਠੁਕਰਾ ਦਿੰਦਾ। ਸਿੱਖ ਮੁਫਤ ਦੀ ਚੀਜ਼ ਲੈ ਕੇ ਰਾਜੀ ਕੋਈ ਨਹੀਂ ਹੈ। ਜਿਹੜੀਆਂ ਅੱਜ ਪਾਰਟੀਆਂ ਕਹਿੰਦੀਆਂ ਤੁਹਾਨੂੰ ਆਹ ਚੀਜ਼ ਫ੍ਰੀ ਦੇਵਾਂਗੇ, ਉਹਨਾਂ ਕੋਲ ਦੇਣਾ ਤੇ ਲੋਕਾਂ ਨੂੰ ਐਜੂਕੇਸ਼ਨ ਫ੍ਰੀ ਦਿਓ, ਲੋਕਾਂ ਨੂੰ ਮੈਡੀਕਲ ਸਹੂਲਤਾਂ ਫ੍ਰੀ ਦਿਓ ਜੇ ਦੇਣੀਆਂ ਨੇ। ਇਹਨਾਂ ਚੀਜ਼ਾਂ ਨੂੰ ਤੇ ਉਹਨਾਂ ਨੇ ਵਪਾਰ ਬਣਾਇਆ ਹੋਇਆ ਕਿ ਕੋਈ ਪੜ੍ਹ ਨਾ ਜਾਣ, ਗਰੀਬਾਂ ਦੇ ਬੱਚੇ ਐਜੂਕੇਟ ਨਾ ਹੋ ਜਾਣ ਕਿਤੇ। ਅੱਜ ਕੋਈ ਐਜੂਕੇਸ਼ਨ ਲੈਣੀ ਕੋਈ ਸੌਖੀ ਗਲਤ ਨਹੀਂ ਗੀ। ਕੋਈ ਗਰੀਬ ਦਾ ਬੱਚਾ ਪੜ੍ਹ ਥੋੜ੍ਹਾ ਸਕਦਾ ਹੈ, ਤੇ ਉਹਨਾਂ ਪੜ੍ਹਨ ਵੀ ਨਹੀਂ ਦੇਣਾ, ਕਿਉਂਕਿ ਗਰੀਬ ਦਾ ਬੱਚਾ ਪੜ੍ਹ ਗਿਆ ਤੇ ਉਹ ਰਾਜ ਕਿਹਦੇ ਤੇ ਕਰਨਗੇ? ਰਾਜ ਤੇ ਮੂਰਖਾਂ ਤੇ ਹੁੰਦੇ ਨੇ, ਮੂਰਖਾਂ ਤੇ ਰਾਜ ਹੁੰਦੇ ਨੇ। ਸਿਆਣੇ ਲੋਕਾਂ ਤੇ ਹਕੂਮਤ ਕਰਨੀ ਬੜੀ ਔਖੀ ਹੈ, ਔਰ ਐਕਚੁਅਲੀ ਹਾਕਮ ਉਹੀ ਗਿਣਿਆ ਜਾਂਦਾ ਜਿਹੜਾ ਸਿਆਣੇ ਲੋਕਾਂ ਤੇ ਹਕੂਮਤ ਕਰੇ। ਲੋਕਾਂ ਨੂੰ ਮੂਰਖ ਬਣਾ ਕੇ ਕੋਈ ਕਹੇ ਜਿਵੇਂ ਹਕੂਮਤ ਕਰ ਲਈ 5 ਸਾਲ, ਕੋਈ ਹਕੂਮਤ ਨਹੀਂ ਹੁੰਦੀ। ਉਹ ਹਕੂਮਤ ਉਹ ਹੁੰਦੀ ਹੈ ਕਿ ਤੁਸੀਂ ਸਿਆਣੇ ਲੋਕਾਂ ਦੇ ਦਿਲਾਂ ਦੇ ਰਾਜੇ ਬਣ ਕੇ ਦੱਸੋ, ਤੁਹਾਨੂੰ ਸਿਆਣੇ ਲੋਕੀ ਸਲਾਮਾਂ ਕਰਨ। ਹੁਣ ਤੁਸੀਂ ਕੋਈ ਪਾਰਟੀ ਲੈ ਲਓ, ਸਿਆਣੇ ਲੋਕਾਂ ਨੂੰ ਤੇ ਥਾਂ ਹੀ ਨਹੀਂ ਉਹਦੇ 'ਚ। ਸਿਆਣੇ ਲੋਕਾਂ ਨੂੰ ਥਾਂ ਨਹੀਂ ਹੈ ਉੱਥੇ। ਉੱਥੇ ਤੇ ਲਾਈ ਲੱਗ ਚਾਹੀਦੇ ਨੇ, ਅੱਖਾਂ ਮੀਟ ਕੇ ਮਗਰ ਚੱਲਣ ਵਾਲੇ ਚਾਹੀਦੇ ਨੇ।
बस ਇਹੋ ਜਿਹੇ ਲੋਕ ਮਗਰ ਹੋਣ ਤੇ ਉਹ ਚੌਧਰੀ ਬਣ ਜਾਂਦੇ ਨੇ ਸਮਾਜ ਦੇ, ਤੇ ਉਹਨਾਂ ਨੇ ਸਮਾਜ ਤੇ ਫਿਰ ਕੀ ਕਰਨਾ? ਇਹੀ ਕੁਝ ਕਰਨਾ ਜੋ ਹੋ ਰਿਹਾ, ਲੋਕਾਂ ਦੇ ਜ਼ੁਲਮ ਹੋਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬਾਦਸ਼ਾਹ ਨੂੰ ਦੋਸ਼ ਨਾ ਦਿਓ ਤੁਸੀਂ, ਇਹ ਤੇ ਪ੍ਰਮਾਤਮਾ ਨੇ ਦੋਸ਼ ਆਪਣੇ ਤੇ ਨਹੀਂ ਲੈਣਾ ਹੁੰਦਾ, ਤੇ ਇਹੋ ਜਿਹੇ ਨੂੰ ਅੱਗੇ ਕਰ ਦਿੰਦੇ ਨੇ। ਦਰਅਸਲ ਇਹ ਦੋਸ਼ ਸਾਡਾ ਹੈ ਜਦੋਂ ਅਸੀਂ ਆਪਣੇ ਫਰਜ਼ਾਂ ਤੋਂ ਆਵੇਸਲੇ ਹੁੰਦੇ ਹਾਂ, ਜਦੋਂ ਅਸੀਂ ਆਪਣੇ ਫਰਜ਼ ਨੂੰ ਪਹਿਚਾਣਦੇ ਨਹੀਂ। ਜੇ ਅਸੀਂ ਸਰੀਰ ਪ੍ਰਤੀ ਆਪਣੇ ਫਰਜ਼ ਨੂੰ ਨਹੀਂ ਪਹਿਚਾਣਾਂਗੇ, ਸਰੀਰ ਰੋਗੀ ਹੋਏਗਾ। ਜੇ ਅਸੀਂ ਮੁਲਕ ਪ੍ਰਤੀ ਆਪਣੇ ਫਰਜ਼ਾਂ ਨੂੰ ਨਹੀਂ ਪਹਿਚਾਣਾਂਗੇ, ਮੁਲਕ ਦੇ ਵਿੱਚ ਵੀ ਇਹੀ ਕੁਝ ਹੋਏਗਾ। ਖਾਨਾ ਜੰਗੀ ਹੋਏਗੀ, ਗਰੀਬੀ ਆਏਗੀ, ਗੁਰਬਤ ਆਏਗੀ, ਤੰਗੀ ਤੁਰਸੀ ਆਏਗੀ, ਬਿਮਾਰੀਆਂ ਆਉਣਗੀਆਂ, ਇਹੀ ਕੁਝ ਆਏਗਾ। ਪਰ ਇਹ ਕੋਈ ਪਰਮਾਤਮਾ ਦਾ ਕਸੂਰ ਨਹੀਂ ਹੈ, ਇਹ ਮਨੁੱਖ ਨੂੰ ਧਰਤੀ ਤੇ ਜਿਉਣਾ ਨਹੀਂ ਆਇਆ। ਸਤਿਗੁਰੂ ਜੀ ਦੀ ਬਾਣੀ ਸਾਨੂੰ ਜੀਵਨ ਜਾਂਚ ਦੱਸਦੀ ਕਿ ਜਿਉਣਾ ਕਿਵੇਂ। ਸਤਿਗੁਰੂ ਜੀ ਕਹਿੰਦੇ ਰਾਜੇ ਕੀ ਚੀਜ਼ ਨੇ? ਕਿਆ ਇਹ ਭੂਪਤ ਬਪਰੇ ਕਹੀ ਹੈ, ਕਹੋ ਇਹ ਕਿਸ ਨੂੰ ਮਾਰੇ? ਇਹ ਕਿਹਨੂੰ ਮਾਰ ਸਕਦੇ ਨੇ? ਇਹ ਤੇ ਆਪ ਮੌਤ ਦੇ ਅਧੀਨ ਨੇ। ਰਾਖ 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 ਸੁਖ ਦਾਤੇ ਸਭ ਨਾਨਕ ਜਗਤ ਤੁਮਾਰੇ। ਇਹ ਸੁੱਖਾਂ ਦੇ ਦਾਤੇ ਵਾਹਿਗੁਰੂ ਜੀ, ਇਹ ਸਾਰਾ ਜਗਤ ਤੁਹਾਡਾ ਹੀ ਹੈ। ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਕਿਰਪਾ ਕਰਕੇ ਇਹਨਾਂ ਜੀਵਾਂ ਨੂੰ ਰੱਖ ਲਓ। हे ਪਾਤਸ਼ਾਹ, ਇਹ ਜਗਤ ਤੁਹਾਡਾ, ਜਗਤ ਜਲੰਧਰ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿੱਤੈ ਲਿਹੋ ਉਭਾਰ। ਇਹ ਜਿਹੜਾ ਜਗਤ ਸੜ ਰਿਹਾ ਹੈ ਨਾ, ਅਸੀਂ ਤੇ ਅਰਦਾਸ ਕਰ ਸਕਦੇ ਪ੍ਰਮਾਤਮਾ ਦੇ ਚਰਨ ਕਮਲਾਂ 'ਚ ਕਿ ਵਾਹਿਗੁਰੂ ਜੀਓ, ਤੁਸੀਂ ਇਸ ਸੜਦੇ ਬਲਦੇ ਸੰਸਾਰ ਨੂੰ ਆਪ ਹੀ ਬਚਾ ਲਓ। ਇਹ ਮਨੁੱਖ ਜਿਹੜਾ ਹੈ ਦੁੱਖਾਂ ਦੀ ਅੱਗ ਵਿੱਚ ਜਿਹੜਾ ਸੜ ਰਿਹਾ ਹੈ, ਇਹਨੂੰ ਬਚਾ ਲਓ, ਕਿਉਂਕਿ ਜਗਤ ਤੁਹਾਡਾ ਹੈ, ਆਖਰ ਤੇ ਅਸੀਂ ਤੁਹਾਡੇ ਹੀ ਆ ਨਾ। ਬਾਬਾ ਨਾਨਕ ਜੀ ਨੇ ਜਦੋਂ ਬਾਬਰ ਨੇ ਕਤਲੇਆਮ ਕੀਤੀ, ਇਹ ਗੱਲ ਤੇ ਕਹਿਤੀ, ਆਪੇ ਦੋਸਨ ਦੇਹੀ ਕਰਤਾ ਜਮ ਕਰ ਮੁਗਲ ਚੜਾਇਆ। ਪਰ ਇੱਕ ਉਲਾਮਾ ਪ੍ਰਮਾਤਮਾ ਨੂੰ ਜ਼ਰੂਰ ਕੀਤਾ ਸੀ ਕਿ ਪ੍ਰਮਾਤਮਾ ਇਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨ ਹੋਈ। ਕੋਈ ਤਾਕਤਵਰ ਨਾਲ ਲੜੇ, ਉਹਨੂੰ ਮਾਰੇ, ਕੋਈ ਗਿਲਾ ਨਹੀਂ ਹੈ। ਪ੍ਰਮਾਤਮਾ ਕੋਈ ਗਿਲਾ ਨਹੀਂ ਹੈ। ਪਰ ਸਕਤਾ ਸਿਹੀ ਮਾਰੇ ਪੈ ਵਗੇ ਖਸਮੇ ਸਾਪੁਰ ਸਾਈ। ਪਰ ਜੇ ਕੋਈ ਇੱਕ ਸ਼ੇਰ ਜਿਹੜਾ ਗਊਆਂ ਦੇ ਵਗ ਤੇ ਆ ਪਏ ਨਾ, ਤੇ ਫਿਰ ਮਾਲਕ ਨੂੰ ਉਹਦੀ ਸਾਰ ਲੈਣੀ ਚਾਹੀਦੀ ਹੈ। ਫਿਰ ਮਾਲਕ ਦਾ ਫਰਜ਼ ਹੈ ਕਿ ਗਊਆਂ ਦੇ ਵਗ ਦੀ ਰੱਖਿਆ ਕਰੇ। ਇਹ ਜੀਵ ਗਊਆਂ ਵਰਗੇ ਹੀ ਨੇ ਦਰਅਸਲ ਇਸ ਵੇਲੇ। ਇਹ ਵਾਹਿਗੁਰੂ ਜੀ, ਤੁਸੀਂ ਇਸ ਜਗਤ ਦੇ ਜੀਵਾਂ ਦੀ ਆਪ ਹੀ ਸੰਭਾਲ ਕਰ ਲਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ, ਮੋਹਨ ਸਭ ਜੀ ਤੇਰੇ ਤੂੰ ਤਾਰੇ। ਇਹ ਵਾਹਿਗੁਰੂ ਜੀ, ਇਹ ਸਾਰੇ ਜੀਵ ਤੁਹਾਡੇ ਹੀ ਨੇ, ਤੁਸੀਂ ਹੀ ਇਹਨਾਂ ਨੂੰ ਦੁੱਖਾਂ ਤੋਂ ਬਚਾਉਣਾ ਹੈ ਜਿਹੜੇ ਦੁੱਖਾਂ 'ਚ ਖਚਤ ਨੇ। ਸਤਿਗੁਰੂ ਜੀ ਨੇ ਇਹ ਗੱਲ ਕਹੀ ਕਿ ਜੇ ਪ੍ਰਮਾਤਮਾ ਚਾਹੇ ਵੱਡੇ ਵੱਡੇ ਜ਼ਾਲਮਾਂ ਦੇ ਸੁਭਾਅ ਬਦਲ ਸਕਦਾ ਹੈ, ਵੱਡੇ ਵੱਡੇ ਜ਼ਾਲਮਾਂ ਨੂੰ ਬਦਲ ਕੇ ਉਹਨਾਂ ਨੂੰ ਪਰਉਪਕਾਰੀ ਬਣਾ ਸਕਦਾ ਹੈ, ਕਰੋੜਾਂ ਬ੍ਰਹਿਮੰਡਾਂ ਦੇ ਜੀਵਾਂ ਦਾ ਉਧਾਰ ਕਰ ਸਕਦਾ ਹੈ। ਪਰਮਾਤਮਾ ਦੀ ਸਮਰੱਥਾ ਬਿਆਨ ਕੀਤੀ ਹੈ, ਸ਼ਕਤੀ ਬਿਆਨ ਕੀਤੀ ਹੈ ਕਿ ਪਰਮਾਤਮਾ ਸਰਬ ਸ਼ਕਤੀਮਾਨ ਹੈ। ਕੋਈ ਮਨੁੱਖ ਜਾਂ ਕੋਈ ਰਾਜਾ ਤਾਕਤਵਰ ਨਹੀਂ ਹੈ, ਇਹ ਸਾਰੇ ਉਹਦੇ ਹੁਕਮ ਵਿੱਚ ਨੇ। ਸਾਹਿਬ ਜੀ ਕਹਿੰਦੇ ਨੇ ਕਿ ਕੋਈ ਰਾਜਾ ਕਿਸੇ ਨੂੰ ਕੀ ਮਾਰ ਸਕਦਾ ਹੈ। ਸਤਿਗੁਰੂ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਸਾਨੂੰ ਇੱਕ ਸੇਧ ਦਿੱਤੀ ਹੈ ਕਿ ਆਪਾਂ ਨਿਤ ਪਰਮਾਤਮਾ ਦਾ ਹੀ ਆਸਰਾ ਲਿਆ ਕਰੀਏ, ਪਰਮਾਤਮਾ ਦੀ ਓਟ ਲਈਏ, ਪਰਮਾਤਮਾ ਦੇ ਚਰਨ ਕਮਲਾਂ 'ਚ ਅਰਦਾਸ ਕਰੀਏ। ਅਰਦਾਸ ਕਰਦਿਆਂ ਹੋਇਆਂ ਵਾਹਿਗੁਰੂ ਜੀ ਦੇ ਦਿੱਤੇ ਹੋਏ ਇਸ ਜ਼ਿੰਦਗੀ ਦੇ ਵਿੱਚ ਆਪਾਂ ਆਪਣੇ ਫਰਜ਼ ਨੂੰ ਪਹਿਚਾਨਣਾ। ਅਰਦਾਸ ਦਾ ਅਰਥ ਕੇਵਲ ਇਹ ਹੀ ਨਹੀਂ ਹੈ ਕਿ ਆਪਾਂ ਹੁਣ ਢੇਰੀ ਢਾਹ ਕੇ ਬੈਠ ਜਾਈਏ। ਅਰਦਾਸ ਕਰਦੇ ਹਾਂ, ਜਿਹਦੇ ਅੱਗੇ ਅਰਦਾਸ ਕਰ ਰਹੇ ਹਾਂ ਉਹਦੇ ਤੇ ਪੂਰਨ ਭਰੋਸਾ ਹੋਣਾ। ਅਰਦਾਸ ਕਰਦੇ ਅੰਦਰ ਨਿਰਮਾਣਤਾ ਹੋਣੀ, ਅਰਦਾਸ ਕਰਦੇ ਅੰਦਰ ਸਿਦਕ ਹੋਣਾ। ਇਹ ਦੋ ਤਿੰਨ ਚੀਜ਼ਾਂ ਜਦੋਂ ਅੰਦਰ ਹੋ ਜਾਂਦੀਆਂ ਨੇ ਤੇ ਵਾਹਿਗੁਰੂ ਜੀ ਦੀ ਕਦਾ ਵਰਤਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਫਿਰ ਜੀ ਦੀ ਅਰਦਾਸ ਬਿਰਥੀ ਨਹੀਂ ਜਾਂਦੀ। ਸਾਨੂੰ ਸਾਡੇ ਸਤਿਗੁਰੂ ਜੀ ਨੇ ਸਭ ਤੋਂ ਵੱਡੀ ਜਿਹੜੀ ਤਾਕਤ ਦਿੱਤੀ ਉਹ ਹੈ ਅਰਦਾਸ। ਤੇ ਅਰਦਾਸ ਕਰਨ ਦਾ ਅਰਥ ਹੁੰਦਾ ਰੱਬ ਦੇ ਅੱਗੇ ਆਪਣੇ ਦੁੱਖ ਰੱਖਣੇ, ਆਪਣੀ ਪੀੜਾ ਰੱਖਣੀ, ਰੱਬ ਦੇ ਅੱਗੇ ਆਪਣੀ ਬਿਰਥਾ ਰੱਖਣੀ, ਤੇ ਉਸ ਰੱਬ ਦੇ ਆਸਰੇ ਤੇ ਜਿਉਂਦਿਆਂ ਹੋਇਆਂ, ਭਰੋਸੇ ਤੇ ਜਿਉਂਦਿਆਂ ਹੋਇਆਂ ਜ਼ਿੰਦਗੀ 'ਚ ਅੱਗੇ ਵਧਣਾ। ਸਤਿਗੁਰੂ ਜੀ ਕਹਿੰਦੇ ਸਾਰੇ ਜਗਤ ਦੇ ਜੀਵ ਉਹਦੇ ਹੁਕਮ 'ਚ ਨੇ, ਭਾਵੇਂ ਉਹ ਚੰਗੇ ਨੇ ਭਾਵੇਂ ਮਾੜੇ ਨੇ। ਪਰਮਾਤਮਾ ਚਾਹੇ ਮਾੜਿਆਂ ਨੂੰ ਚੰਗੇ ਬਣਾ ਸਕਦਾ ਹੈ। ਪਰਮਾਤਮਾ ਚਾਹੇ ਛਿਨ ਮੈਂ ਰਾਉ ਰੰਗ ਕੋ ਕਰੀ, ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ ਜਿਹ ਤਾਂ ਕੋ ਵਿਵਹਾਰੇ। ਇਹ ਉਹਦਾ ਵਿਵਹਾਰ ਹੈ ਕਿ ਉਹ ਇੱਕ ਛਿਨ ਦੇ ਵਿੱਚ ਸੁਲਤਾਨਾ ਕਾਹੋ ਕਰਾਏਗਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਪਰਮਾਤਮਾ ਦੀ ਸਮਰੱਥਾ ਬਿਆਨ ਕੀਤੀ ਹੈ, ਤੁਹਾਡੇ ਮਨਾਂ ਅੰਦਰੋਂ ਇਹ ਡਰ ਨੂੰ ਕੱਟਿਆ ਕਿ ਕੋਈ ਹਾਕਮ ਤੁਹਾਨੂੰ ਮਾਰ ਦੇਵੇਗਾ, ਕੋਈ ਰਾਜਾ ਤੁਹਾਨੂੰ ਮਾਰ ਦੇਵੇਗਾ।
ਸਤਿਗੁਰੂ ਜੀ ਕਹਿੰਦੇ ਤੇ ਵਿਚਾਰੇ ਨੇ, ਰੱਬ ਦੇ ਹੁਕਮ 'ਚ ਬੈਠੇ ਹੋਏ ਨੇ, ਇਹ ਕਿਸੇ ਨੂੰ ਨਹੀਂ ਮਾਰ ਸਕਦੇ। ਮਾਰਨਾ, ਰੱਖਣਾ, ਜੀਵਨ ਦੇਣਾ ਇਹ ਪ੍ਰਮਾਤਮਾ ਦੇ ਹੱਥ ਵਿੱਚ ਹੈ। ਤੇ ਸਤਿਗੁਰੂ ਜੀ ਕਹਿੰਦੇ ਸਾਨੂੰ ਅਰਦਾਸ ਉਸ ਸੁੱਖਾਂ ਦੇ ਦਾਤੇ ਕੋਲ ਕਰਨੀ ਚਾਹੀਦੀ ਹੈ। ਪਰਮਾਤਮਾ ਹੀ ਸਾਰੇ ਜਗਤ ਦਾ ਮਾਲਕ ਹੈ। ਰਾਖ 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 ਸੁਖ ਦਾਤੇ, ਸਭ ਨਾਨਕ ਜਗਤ ਤੁਮਾਰੇ। ਵਾਹਿਗੁਰੂ ਜੀ ਸਾਰਾ ਜਗਤ ਤੁਹਾਡਾ ਹੈ। ਰੋਜ਼ ਆਪਾਂ ਬਚਨ ਪੜ੍ਹਦੇ ਕਿ ਸਗਲ ਸਮਗਰੀ ਤੁਮਰੇ ਸੂਤਰ ਤਾਰੀ। ਸਾਰੀ ਸਮਗਰੀ ਜਿਹੜੀ ਜਗਤ ਦੀ ਵਾਹਿਗੁਰੂ ਜੀ ਤੁਹਾਡੇ ਹੁਕਮ ਦੇ ਸੂਤਰ ਵਿੱਚ ਬੱਧੀ ਹੋਈ ਹੈ। ਸਭ ਵੱਡੇ ਛੋਟੇ ਉੱਚੇ ਨੀਵੇਂ ਤੁਹਾਡੇ ਹੁਕਮ ਵਿੱਚ ਨੇ। ਬਸ ਗੁਰਬਾਣੀ ਦੇ ਇਸ ਮੁੱਖ ਵਾਕ ਦੇ ਰਾਹੀਂ ਜਿੱਥੇ ਵਾਹਿਗੁਰੂ ਜੀ ਦੀ ਸਮਰੱਥਾ ਸਾਨੂੰ ਸਾਡੇ ਸਤਿਗੁਰੂ ਜੀ ਨੇ ਦੱਸੀ ਹੈ, ਉੱਥੇ ਵਾਹਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈਣ ਦੀ ਪ੍ਰੇਰਣਾ ਕੀਤੀ ਹੈ। ਤੇ ਇਹ ਦੱਸਿਆ ਕਿ ਵਾਹਿਗੁਰੂ ਸਾਰੇ ਹੀ ਸੁੱਖਾਂ ਦਾ ਦਾਤਾ ਹੈ। ਵਾਹਿਗੁਰੂ ਹਰ ਮਨੁੱਖ ਨੂੰ ਬਦਲਣ ਦੇ ਸਮਰੱਥ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਹੀ ਜੀਵਾਂ ਨੂੰ ਦੁੱਖਾਂ ਤੋਂ ਬਚਾ ਸਕਦਾ ਹੈ। ਸਾਨੂੰ ਜੋ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਉਸ ਪ੍ਰਮਾਤਮਾ ਨੂੰ ਚੇਤੇ ਕਰਦੇ ਹਾਂ। ਅਸੀਂ ਆਪਣੇ ਫਰਜ਼ ਨੂੰ ਪਹਿਚਾਣੀਏ, ਫਰਜ਼ ਨੂੰ ਪਹਿਚਾਣਦੇ ਹਾਂ ਉਹਦੇ ਚਰਨਾਂ 'ਚ ਅਰਦਾਸ ਕਰੀਏ। ਸਫਲਤਾ ਪ੍ਰਮਾਤਮਾ ਦਿੰਦਾ ਹੈ। ਅੱਜ ਵੀ ਆਪਾਂ ਜਿਸ ਸਮੇਂ 'ਚ ਦੌਰ 'ਚ ਵਿਚਰ ਰਹੇ ਹਾਂ, ਆਪਾਂ ਦੇਖਦੇ ਹਾਂ ਨਿਰਾਸ਼ਤਾ ਮਨਾਂ 'ਚ ਕਈ ਵਾਰੀ ਹੁੰਦੀ ਹੈ ਕਿ ਆਸੇ-ਪਾਸੇ ਜੋ ਕੁਝ ਹੋ ਰਿਹਾ ਹਕੂਮਤਾਂ ਵੱਲੋਂ, ਜਾਂ ਆਪਾਂ ਦੇਖਦੇ ਸਮਾਜ ਵਿੱਚ ਜੋ ਬੁਰਾਈਆਂ ਪਸਰਦੀਆਂ ਨੇ। ਪਰ ਇਹੋ ਜਿਹੇ ਸਮੇਂ 'ਤੇ ਨਿਰਾਸ਼ ਹੋਣਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਸਾਨੂੰ ਸਾਡੇ ਸਤਿਗੁਰੂ ਜੀ ਨੇ ਸਭ ਤੋਂ ਵੱਡੀ ਦਾਤ ਦਿੱਤੀ ਹੈ ਗੁਰਬਾਣੀ। ਗੁਰਬਾਣੀ ਜਿੱਥੇ ਗਿਆਨ ਬਖਸ਼ਿਸ਼ ਕਰਦੀ ਹੈ, ਗੁਰਬਾਣੀ ਸਾਡੇ ਅੰਦਰ ਬਲ ਪੈਦਾ ਕਰਦੀ ਹੈ, ਗੁਰਬਾਣੀ ਸਾਨੂੰ ਉੱਚੀ ਸੁੱਚੀ ਸੋਚ ਦਿੰਦੀ ਹੈ, ਗੁਰਬਾਣੀ ਸਾਨੂੰ ਅੱਗੇ ਵਧਣ ਦੀ ਪ੍ਰੇਰਣਾ ਕਰਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਆਪਾਂ ਗੁਰਬਾਣੀ ਦੀ ਰੌਸ਼ਨੀ 'ਚ ਪਰਮ ਪਿਤਾ ਪਰਮਾਤਮਾ ਦੇ ਦਰ ਦਾ ਓਟ ਆਸਰਾ ਲੈ ਕੇ ਜ਼ਿੰਦਗੀ ਬਤੀਤ ਕਰਾਂਗੇ ਨਾ, ਆਪਣੇ ਬਜ਼ੁਰਗਾਂ ਦਾ ਇਤਿਹਾਸ ਪੜ੍ਹੀਏ, ਉਹਨਾਂ ਨੇ ਇਹੋ ਜਿਹੇ ਸਮੇਂ 'ਤੇ ਜਦੋਂ ਪੰਜਾਬ ਦੀ ਧਰਤੀ 'ਤੇ ਹਕੂਮਤਾਂ ਦਾ ਇੰਨਾ ਜ਼ੋਰ ਸੀ, ਜ਼ੋਰ ਜ਼ੁਲਮ ਸੀ, ਔਰ ਜਦੋਂ ਪੰਜਾਬ ਦੀ ਧਰਤੀ 'ਤੇ ਸਿੱਖ ਨਾਂ ਦੀ ਚੀਜ਼ ਹੀ ਨਹੀਂ ਸੀ ਲੱਭਦੀ, ਇਹੋ ਜਿਹੇ ਸਮੇਂ 'ਤੇ ਵੀ ਉਹਨਾਂ ਨੇ ਜ਼ਫਰ ਜਾਲਦਿਆਂ ਹੋਇਆਂ, ਕਿਸੇ ਹਕੂਮਤ ਦੀ ਪਰਵਾਹ ਨਾ ਕਰਦਿਆਂ ਹੋਇਆਂ ਇਸ ਧਰਤੀ 'ਤੇ ਫਿਰ ਇੱਕ ਬੜਾ ਆਦਰਸ਼ਕ ਰਾਜ ਕਾਇਮ ਕਰ ਲਿਆ। ਬਸ ਜਦੋਂ ਗੁਰੂ ਆਸੇ ਅਨੁਸਾਰ ਚੱਲਾਂਗੇ, ਪਰਮਾਤਮਾ ਦਾ ਆਸਰਾ ਲੈ ਕੇ, ਯਕੀਨਨ ਸਮਾਜ ਦੇ ਅੰਦਰ ਖੁਸ਼ਹਾਲੀ ਆਏਗੀ, ਧਰਤੀ 'ਤੇ ਹਰਿਆਲੀ ਆਏਗੀ। ਇਹ ਉਹ ਜੋ ਸਤਿਗੁਰੂ ਜੀ ਦਾ ਸੁਪਨ ਹੈ, ਜਿਹਨੂੰ ਸਤਿਗੁਰੂ ਜੀ ਨੇ ਹਲੇਮੀ ਰਾਜ ਕਿਹਾ, ਜਿਹਨੂੰ ਬੇਗਮਪੁਰਾ ਕਿਹਾ, ਉਹ ਬੇਗਮਪੁਰਾ ਸਿਰਜਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਸਭ ਤੋਂ ਵੱਡੀ ਸਾਡੇ ਲਈ ਚਾਨਣ ਮਨਾਰਾ ਹੈ। ਸਤਿਗੁਰੂ ਜੀ ਮਿਹਰ ਕਰਨ ਇਹ ਬਚਨ ਸਾਡੇ ਹਿਰਦਿਆਂ 'ਚ ਵਸਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਜੀ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਿਰਤਾਰਥ ਕਰਨ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।